सतनाम श्री वाहिगुरु साहिब जीओ। यथार्थ वर्णनम कबेत चेतन कहो जो कहूँ और जड़ होए कछु। सत कहो या जो असत कछ लहिए। आनंद स्वरूप तो कहो जे सोंक जाने कहो। अद्वितीय कहो जो द्वितीय और गहिए। चेतन कहो जो कहूँ और जड़ होए कछु। वाहिगुरु जी का खालसा वाहिगुरु जी की फतेह। सो अध्यात्म प्रकाश ਦੇ ਵਿੱਚ ਆਪਾਂ ਕੱਲ ਉਪਾਦਾਨ ਕਾਰਨ ਨਿਮਿਤ ਕਾਰਨ ਦੇ ਸੰਬੰਧ ਵਿੱਚ ਪੜ੍ਹਿਆ ਸੀ। ਸੋ ਗੁਰੂ ਜੀ ਨੇ ਦੱਸਿਆ ਸੀ ਵੀ ਕਾਰਨ ਦੇ ਕਾਰਜ ਸਿੱਖ ਉਹ ਬ੍ਰਹਮ ਆਪ ਹੀ ਕਰ ਰਿਹਾ ਹੈ, ਭਾਵ ਆਪ ਹੀ ਕਾਰਨ ਰੂਪ ਹੈ। ਕਾਰਨ ਰੂਪ ਹੋ ਕੇ ਸੰਸਾਰ ਰੂਪੀ ਕਾਰਜ ਨੂੰ ਕਰ ਰਿਹਾ ਹੈ। ਮਤਲਬ ਆਪ ਹੀ ਕਾਰਨ ਰੂਪ ਆਪ ਹੀ ਕਾਰਜ ਰੂਪ ਆ। ਇਹ ਤੈਨੂੰ ਵਿਹਾਰ ਗਿਆ। ਪਰ ਉਹ ਬ੍ਰਹਮ ਇੱਕ ਹੋਰ ਬੜੀ ਨਵੀਂ ਖੇਡ ਵੱਡੀ ਵੀ ਕਾਰਨ ਕਾਰਜ ਰੂਪ ਵੀ ਆ ਤੇ ਕਾਰਨ ਕਾਰਜ ਤੋਂ ਪਰੇ ਵੀ ਹੈ। ਉਹ ਫਿਰ ਪ੍ਰਮਾਣ ਦਿੱਤੇ ਸੀ। ਜਿਸ ਤਰ੍ਹਾਂ ਆਪਾਂ ਕੱਲ੍ਹ ਇਹਦੀ ਵਿਚਾਰ ਕੀਤੀ ਆ, ਪਰ ਇਹਦਾ ਸੌਖਾ ਜਿਹੜਾ ਵਾ ਸਮਝਣ ਵਾਸਤੇ ਸੌਖਾ ਵੀ ਇਹਦਾ ਦੋਹਰੇ ਦਾ ਜਿਹੜਾ ਕੁੰਡਲੀਏ ਛੰਦ ਵਿੱਚ ਉਹਨਾਂ ਖੁਲਾਸਾ ਕੀਤਾ। ਉਹਦਾ ਇਹ ਮਤਲਬ ਆ ਵੀ ਕਾਰਨ ਕਾਰਜ ਤੋਂ ਪਰੇ ਗਈ ਹੈ। ਇੱਥੇ ਜਿਹੜਾ ਲਿਖਿਆ ਨਾ ਕਾਰਨ ਕਾਰਜ ਤੇ ਪਰੇ ਸੋ ਹੈ ਤੱਤਵ ਵਿਚਾਰ। ਉਹ ਤੂੰ ਸਾਰ ਸਿਧਾਂਤ ਵਾਸਤਵ ਰੂਪ ਵਿੱਚ ਵਿਚਾਰ ਲੈਣਾ ਕਰ ਵੀ ਕਾਰਨ ਕਾਰਜ ਤੋਂ ਪਰੇ ਕਿਵੇਂ। ਕਾਰਨ ਕਾਰਜ ਰੂਪ ਵੀ ਆ ਤੇ ਕਾਰਨ ਰੂਪ ਬਣ ਕੇ ਕਾਰਜ ਕਰ ਰਿਹਾ ਹੈ ਸੰਸਾਰ ਰੂਪੀ, ਪਰੇ ਤੋਂ ਪਰੇ ਕਿਵੇਂ ਆ। ਕਹਿੰਦੇ ਆ ਵੀ ਜਿਸ ਤਰ੍ਹਾਂ ਕੋਈ ਵੀ ਹੁਣ ਕੁਝ ਘੜੇ ਨੂੰ ਘੜਾ ਕਹਿੰਦੇ ਆ ਤੇ ਘੜੇ ਦਾ ਕਾਰਨ ਕੀ ਆ? ਮਿੱਟੀ ਆ, ਉਪਾਦਾਨ ਕਾਰਨ। ਭਾਵ ਮਿੱਟੀ ਤੋਂ ਹੀ ਘੜਾ ਬਣਿਆ। ਪਰ ਜੇ ਗਿਆਨ ਦ੍ਰਿਸ਼ਟੀ ਨਾਲ ਘੜੇ ਦੇ ਆਕਾਰ ਨੂੰ ਛੱਡ ਕੇ ਘੜੇ ਦੀ ਉਪਾਧੀ ਛੱਡ ਕੇ ਜੇ ਕੋਈ ਉਹਨੂੰ ਮਿੱਟੀ ਕਹਿਣ ਲੱਗ ਪਵੇ, ਦੱਸੋ ਘੜੇ ਦਾ ਕਾਰਨ ਤੇ ਮਿੱਟੀ ਹੋ ਗਈ। ਮਿੱਟੀ ਦਾ ਕਾਰਨ ਕੀ ਆ? ਕੋਈ ਨਹੀਂ। ਮਿੱਟੀ ਦਾ ਕੋਈ ਕਾਰਨ ਨਹੀਂ ਨਾ ਹੈਗਾ, ਕਿਉਂਕਿ ਮਿੱਟੀ ਤੋਂ ਅੱਗੇ ਕੋਈ ਗੱਲ ਨਹੀਂ। ਘੜੇ ਦਾ ਕਾਰਨ ਤੇ ਮਿੱਟੀ ਹੋ ਗਿਆ, ਪਰ ਮਿੱਟੀ ਦਾ ਕਾਰਨ ਕਿਹੜਾ ਕਹਾਂਗੇ। ਇਸੇ ਤਰ੍ਹਾਂ ਜਿਹੜਾ ਵਾ ਸੰਸਾਰ ਸਾਰੇ ਕਹਿੰਦੇ ਆ, ਪਰ ਸੰਸਾਰ ਦਾ ਕਾਰਨ ਕੀ ਆ? ਬ੍ਰਹਮ ਆ। ਬ੍ਰਹਮ ਤੋਂ ਸੰਸਾਰ ਪੈਦਾ ਹੋਇਆ। ਗਿਆਨ ਦ੍ਰਿਸ਼ਟੀ ਨਾਲ ਜੇ ਬ੍ਰਹਮ ਕਹਿਣ ਲੱਗ ਪੈਣ, ਗਿਆਨੀ ਕਹਿੰਦੇ ਆ, ਤੇ ਹੁਣ ਬ੍ਰਹਮ ਦਾ ਕਾਰਨ ਤੇ ਕੋਈ ਨਹੀਂ ਹੈਗਾ। ਜਦੋਂ ਬ੍ਰਹਮ ਦਾ ਕਾਰਨ ਹੀ ਕੋਈ ਨਹੀਂ ਹੈਗਾ ਤੇ ਫਿਰ ਕਾਰਨ ਤੋਂ ਬਿਨਾਂ ਕਾਰਜ ਨਹੀਂ ਸਿੱਧ ਹੁੰਦਾ। ਕਿਉਂਕਿ ਬ੍ਰਹਮ ਕਿਸੇ ਕਾਰਨ ਤੋਂ ਪੈਦਾ ਨਹੀਂ ਹੋਇਆ, ਤੇ ਜਦੋਂ ਕਾਰਨ ਤੋਂ ਪੈਦਾ ਨਹੀਂ ਹੋਇਆ ਬ੍ਰਹਮ ਕਿਸੇ ਦਾ ਕਾਰਜ ਵੀ ਨਹੀਂ ਹੈ। ਬ੍ਰਹਮ ਦਾ ਕਾਰਨ ਕਾਰਜ ਤੇ ਆਪ ਹੀ ਆ। ਬ੍ਰਹਮ ਆਪ ਹੀ ਕਾਰਨ ਹੈ ਆਪਣਾ, ਆਪ ਹੀ ਕਾਰਜ ਆ, ਆਪ ਹੀ ਕਾਰਨ ਰੂਪ ਹੋ ਕੇ ਕਾਰਜ ਬਣਿਆ। ਇਹ ਸੰਸਾਰ ਜਦੋਂ ਹੈ ਹੀ ਬ੍ਰਹਮ ਰੂਪ, ਜਦੋਂ ਇਹਨੂੰ ਬ੍ਰਹਮ ਹੀ ਬ੍ਰਹਮ ਸੰਸਾਰ ਨੂੰ ਕਹਿਣ ਲੱਗ ਪਵੇ, ਫਿਰ ਬਿਨਾਂ ਉਪਾਧੀ ਤੋਂ ਕਿਹਾ ਜਾਊਗਾ। ਕਿਉਂਕਿ ਬ੍ਰਹਮ ਦੀ ਕੋਈ ਉਪਾਧੀ ਨਹੀਂ ਆ, ਉਪਾਧੀ ਤੇ ਸੰਸਾਰ ਦੀ ਆ। ਤੇ ਸੰਸਾਰ ਜਦੋਂ ਗਿਆਨ ਦ੍ਰਿਸ਼ਟੀ ਨਾਲ ਦਿਖਣ ਲੱਗ ਪਿਆ ਤੇ ਬ੍ਰਹਮ ਹੀ ਬ੍ਰਹਮ ਆ, ਤੇ ਬ੍ਰਹਮ ਦਾ ਕੋਈ ਕਾਰਨ ਨਹੀਂ। ਜਿਵੇਂ ਮਿੱਟੀ ਦਾ ਕੋਈ ਕਾਰਨ ਨਹੀਂ ਆ ਤੇ ਕਾਰਨ ਇਸੇ ਤਰ੍ਹਾਂ ਬ੍ਰਹਮ ਦਾ ਕੋਈ ਕਾਰਨ ਨਹੀਂ। ਜਦੋਂ ਕਾਰਨ ਹੋਵੇ ਫਿਰ ਹੀ ਜਿਹੜਾ ਕਾਰਜ ਹੁੰਦਾ। ਤੇ ਬ੍ਰਹਮ ਦਾ ਕੋਈ ਕਾਰਨ ਨਹੀਂ, ਨਾ ਕੋਈ ਕਾਰਜ ਆ। ਤੇ ਜਿੰਨੇ ਵੀ ਕਾਰਜ ਹੈ ਕਾਰਨ ਤੋਂ ਬਿਨਾਂ ਨਹੀਂ ਹੁੰਦੇ। ਅੱਜ ਜੋ ਕੁਝ ਵੀ ਆਪਾਂ ਵੇਖ ਰਹੇ ਹਾਂ ਸਾਰੇ ਕਾਰਜ ਆ ਤੇ ਇਹਦਾ ਕਾਰਨ ਆ।
ਗੁਰੂ ਸਥਾਨ ਬਣਦੇ ਕਾਰਨਾਂ ਕਰਕੇ ਬਣਦੇ ਕਿ ਗੁਰੂ ਜੀ ਜੇ ਕੋਈ ਦੇ ਤਪ ਸਥਾਨ ਆ, ਆਪਾਂ ਕਹਿੰਦੇ ਵੀ ਗੁਰਦੁਆਰਾ ਬਣਨ ਦਾ ਕਾਰਨ ਕੀ ਹੈ, ਅਸੀਂ ਕਹਿੰਦੇ ਵੀ ਇਹਦੇ ਤਪੱਸਿਆ ਕੀਤੀ, ਜਾਂ ਤੇ ਗੁਰੂ ਸਾਹਿਬ ਨੇ ਚਰਨ ਪਾਏ ਹੈ, ਚਰਨ ਛੋਹ ਪ੍ਰਾਪਤ ਗੁਰਦੁਆਰਾ। ਇਹ ਗੁਰਦੁਆਰਾ ਸਾਹਿਬ ਬਣਨ ਦਾ ਕਾਰਨ ਕੀ ਹੈ, ਭਾਈ ਇੱਥੇ ਗੁਰੂ ਸਾਹਿਬ ਜੀ ਨੇ ਕਿਸੇ ਦਾ ਉਧਾਰ ਕੀਤਾ, ਮਤਲਬ ਕਿਸੇ ਕਾਰਨ ਕਰਕੇ ਗੁਰਦੁਆਰਾ ਸਾਹਿਬ ਹੈ, ਕਿਸੇ ਕਾਰਨ ਕਰਕੇ ਮੰਦਿਰ ਹੈ। ਇਹ ਕੋਠੇ ਦੀ ਛੱਤ ਆ, ਉਹਨੂੰ ਛੱਤ ਨੂੰ ਖੜਿਆ ਕਰਨ ਦਾ ਕਾਰਨ ਕੀ ਹੈ, ਦੀਵਾਰਾਂ। ਆਪਾਂ ਕਹਿੰਦੇ ਦੀਵਾਰਾਂ ਕੋਈ ਕਰਨ ਦੇ, ਕਹਿੰਦੇ ਦੀਵਾਰਾਂ ਕਰਾਂਗੇ ਤੇ ਛੱਤ ਖੜੂਗੀ। ਬੱਚਾ ਬੰਦਾ ਆ, ਉਹਦਾ ਕਾਰਨ ਕੀ ਹੈ, ਬੱਚੇ ਦਾ ਕਾਰਨ ਮਾਂ ਪਿਓ। ਹਾਂਜੀ, ਮਤਲਬ ਹਰੇਕ ਚੀਜ਼ ਜਿਹੜੀ ਕਾਰਜ 'ਚ ਬਦਲਦੀ ਆ ਉਹਦਾ ਕਾਰਨ ਹੁੰਦਾ। ਇੱਕ ਬ੍ਰਹਮ ਹੀ ਐਸਾ ਹੈ ਜਿਹਦਾ ਕੋਈ ਕਾਰਨ ਨਹੀਂ। ਬੱਚੇ ਦਾ ਕਾਰਨ ਤੇ ਪਿਓ ਹੋ ਗਿਆ, ਪਰ ਬ੍ਰਹਮ ਦਾ ਤੇ ਮਾਂ ਪਿਓ ਕੋਈ ਹੈ ਨਹੀਂ। ਬ੍ਰਹਮ ਨੂੰ ਕੋਈ ਪੈਦਾ ਕਰਨ ਵਾਲਾ ਹੈ ਨਹੀਂ, ਇਸ ਕਰਕੇ ਬ੍ਰਹਮ ਦਾ ਕਾਰਨ ਕੋਈ ਨਹੀਂ। ਤੇ ਜਦੋਂ ਕਾਰਨ ਕੋਈ ਨਹੀਂ, ਉੱਥੇ ਫਿਰ ਕਾਰਜ ਨਹੀਂ ਰਹਿੰਦਾ। ਜਗਤ ਅਜਿ ਬ੍ਰਹਮ ਹੀ ਕਹੈ। ਇਹ ਤਾਂ ਦੁਬਾਰਾ ਅੱਜ ਦੱਸ ਰਹੇ ਆ ਵੀ ਇਹਦੀ ਥੋੜੀ ਸੂਖਮ ਵਿਚਾਰਿਆ ਕਿ ਜਦੋਂ ਸੰਸਾਰ ਸਾਰੇ ਕਹਿੰਦੇ ਆ, ਜੇ ਸੰਸਾਰ ਛੱਡ ਕੇ ਬ੍ਰਹਮ ਹੀ ਬ੍ਰਹਮ ਕਹਿਣ ਲੱਗ ਪਈਏ ਵੀ ਬ੍ਰਹਮ ਹੀ ਬ੍ਰਹਮ ਹੈ ਇਹ ਬ੍ਰਹਮ ਦਾ ਕੋਈ ਕਾਰਨ ਨਹੀਂ ਆ। ਜਦੋਂ ਕਾਰਨ ਹੀ ਕੋਈ ਨਹੀਂ ਆ ਤੇ ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ, ਫਿਰ ਕਾਰਜ ਕਿੱਥੋਂ ਰਹੂਗਾ। ਇਹ ਚਾਰ ਪੰਕਤੀਆਂ ਵਿੱਚ ਇਹ ਦੱਸਿਆ, ਥੱਲੇ ਪ੍ਰਮਾਣ ਦਿੱਤਾ ਪਿਤਾ ਪੁੱਤਰ ਤੇ ਹੋਏ। ਪਿਤਾ ਤਾਂ ਬਣਦਾ ਜੇ ਪੁੱਤਰ ਹੋਵੇ, ਪੁੱਤਰ ਹੋਣ ਕਰਕੇ ਪਿਤਾ ਬਣਦਾ ਹੈ। ਹਾਂਜੀ, ਤੇ ਪਿਤਾ ਬਿਨ ਪੁੱਤਰ ਨਾ ਤੈਸੇ, ਤੇ ਪਿਤਾ ਤੋਂ ਬਿਨਾਂ ਪੁੱਤਰ ਵੀ ਨਹੀਂ ਉਸੇ ਤਰ੍ਹਾਂ ਹੋ ਸਕਦਾ। ਪਿਤਾ ਤੋਂ ਬਗੈਰ ਪੁੱਤਰ ਨਹੀਂ ਪੈਦਾ ਹੁੰਦਾ। ਪਿਤਾ ਬਣਦਾ ਪੁੱਤਰ ਕਰਕੇ ਹੀ ਹੈ, ਤੇ ਪਿਤਾ ਬਿਨਾਂ ਪੁੱਤਰ ਨਹੀਂ ਹੋ ਸਕਦਾ। ਭਾਵ ਪਿਤਾ ਕਾਰਨ ਆ ਤੇ ਪੁੱਤਰ ਕੀ ਆ, ਕਾਰਜ ਆ। ਹਾਂਜੀ, ਤੇ ਪਿਤਾ ਤੋਂ ਬਿਨਾਂ ਭਾਵ ਪਿਤਾ ਕੀ ਕਾਰਨ, ਤੇ ਕਾਰਨ ਤੋਂ ਬਿਨਾਂ ਕਾਰਜ ਵੀ ਪੁੱਤਰ ਨਹੀਂ ਹੁੰਦਾ। ਇਹ ਗੱਲ ਸਿੱਧ ਆ ਵੀ ਵੇਖੋ, ਮਤਲਬ ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ। ਇਹ ਤੁਕ ਜੇ ਗੱਲ ਕਹਿ ਰਹੇ। ਅੱਗੇ ਲਿਖਿਆ ਵੀ ਕਾਰਨ ਹੂੰ ਮਿਟ ਜਾਏ, ਪਰ ਜਿੱਥੇ ਕਾਰਨ ਹੀ ਮਿਟ ਜਾਏ ਤਬ ਹੈ ਕਾਰਜ ਕਹੋ ਕੈਸੇ। ਤਦੋਂ ਦੱਸੋ ਕਾਰਜ ਕਿਸ ਪ੍ਰਕਾਰ ਰਹੂਗਾ। ਭਾਵ ਬ੍ਰਹਮ ਤੇ ਇਹੋ ਜਿਹਾ ਹੈ, ਸਾਰੀਆਂ ਚੀਜ਼ਾਂ ਦਾ ਆਪ ਕਾਰਨ ਆ, ਕਾਰਨ ਰੂਪ ਹੋ ਕੇ ਤੇ ਕਾਰਨ ਦੇ ਕਾਰਜ 'ਚ ਫਰਕ ਨਹੀਂ ਹੁੰਦਾ। ਜਿਵੇਂ ਮਿੱਟੀ ਦੇ ਘੜੇ ਵਿੱਚ ਫਰਕ ਨਹੀਂ, ਦੋਵਾਂ 'ਚ ਮਿੱਟੀ ਹੀ ਹੈ। ਜਿਵੇਂ ਪਿਤਾ ਦੀ ਅੰਸ਼ ਤੋਂ ਪੁੱਤਰ, ਅੰਸ਼ ਦੇ ਅੰਸ਼ 'ਚ ਭੇਦ ਨਹੀਂ ਹੈ। ਤੇ ਵੇਖੋ, ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ। ਹੁਣ ਬ੍ਰਹਮ ਦਾ ਕੋਈ ਕਾਰਨ ਨਹੀਂ, ਸਾਬ ਬ੍ਰਹਮ ਸਾਰੇ ਦਾ ਕਾਰਨ ਹੈ। ਬ੍ਰਹਮ ਦਾ ਕੋਈ ਕਾਰਨ ਨਹੀਂ ਹੈ, ਤੇ ਜਿੱਥੇ ਕਾਰਨ ਹੀ ਮਿਟ ਜਾਏ ਤੇ ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ, ਫਿਰ ਦੱਸੋ ਕਾਰਜ ਕਿਸ ਤਰ੍ਹਾਂ ਰਹੂਗਾ। ਭਾਵ ਨਹੀਂ ਰਹੇਗਾ। ਮੁੱਕਦੀ ਗੱਲ ਇੰਨੀ ਸਮਝ ਲਓ ਵੀ ਸੰਸਾਰ ਨੂੰ ਜਦੋਂ ਮਨੁੱਖ ਗਿਆਨ ਦ੍ਰਿਸ਼ਟੀ ਨਾਲ ਬ੍ਰਹਮ ਕਰਕੇ ਜਾਣ ਲਊਗਾ ਤੇ ਉੱਥੇ ਬ੍ਰਹਮ ਦਾ ਕੋਈ ਕਾਰਨ ਨਹੀਂ ਹੈ, ਤੇ ਫਿਰ ਕਾਰਜ ਨਹੀਂ ਰਹਿੰਦਾ। ਇਸ ਪ੍ਰਕਾਰ ਜਿੱਥੇ ਕਾਰਨ ਨਾ ਰਹਿ ਗਿਆ, ਕਾਰਨ ਨਹੀਂ ਹੈਗਾ, ਉੱਥੇ ਕਾਰਜ ਨਹੀਂ ਰਹਿੰਦਾ। ਇਸੇ ਤਰ੍ਹਾਂ ਉਹਦੀ ਤੋਕ ਆਈ ਨਾ, ਕਾਰਨ ਕਾਰਜ ਤੇ ਪਰੇ। ਉਹ ਬ੍ਰਹਮ ਕਾਰਨ ਕਾਰਜ ਤੋਂ ਇਸ ਤਰ੍ਹਾਂ ਪਰੇ ਆ ਗਿਆਨ ਦ੍ਰਿਸ਼ਟੀ ਨਾਲ। ਤੇ ਕਾਰਨ ਕਾਰਜ ਵੇਖੋ ਕਰ ਵੀ ਰਿਹਾ ਹੈ, ਮਤਲਬ ਆਪ ਹੀ ਕਾਰਨ ਹੋ ਕੇ ਇਹ ਸੰਸਾਰ ਨੂੰ ਵੇਖੋ, ਸੰਸਾਰ ਰੂਪੀ ਕਾਰਜ ਕੀਤਾ ਵੀ ਆ। ਤੇ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਜੀਵ ਨੂੰ, ਤੇ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਉਹ ਕਾਰਨ ਕਾਰਜ ਤੋਂ ਵੀ ਪਰੇ ਅਸੰਗਿਆ। ਸੋ ਬ੍ਰਹਮ ਦਾ ਕਾਰਨ ਕਾਰਜ ਕੋਈ ਨਹੀਂ ਆ। ਕਹਿਣ ਮਾਤਰ ਇਹ ਗੱਲ ਲਾ ਸਕਦੇ ਤੁਸੀਂ, ਆਪਣਾ ਹੀ ਉਹ ਆਪੇ ਕਾਰਨ ਆ, ਆਪਾਂ ਨੂੰ ਪੈਦਾ ਕਰਨ ਵਾਲਾ, ਤੇ ਆਪ ਹੀ ਉਹ ਆਪਣੇ ਕਾਰਨ ਦਾ ਕਾਰਜ ਆ। ਆਪੇ ਮਤਲਬ ਆਪਣਾ ਕਾਰਨ ਆ, ਉਹ ਤੋਂ ਆਪਣੇ ਕਾਰਨ ਤੋਂ ਪੈਦਾ ਹੋਇਆ ਆਪਣਾ ਹੀ ਕਾਰਜ ਹੈ। ਕਾਰਨ ਕਾਰਜ ਨੂੰ ਆਪ ਹੀ ਆ ਤੇ ਉਹ ਤੋਂ ਪਰੇ ਆ, ਤੇ ਕਰ ਵੀ ਰਿਹਾ ਹੈ। ਸੋ ਇਹ ਦੀ ਜਿਹੜੀ ਸੁੱਧ ਵਿਚਾਰ ਆ, ਜਿੰਨੀ ਕੁ ਸਮਝ ਪਈ, ਕਿਉਂਕਿ ਕੱਲ ਆਪਾਂ ਕੀਤਾ ਸੀ, ਬਸ ਦਾ ਵਿਸਥਾਰ ਜ਼ਿਆਦਾ ਹੀ ਕੀਤਾ।
ਸਮਝ ਵਿੱਚ ਨਹੀਂ ਪੈਂਦਾ, ਤਾਂ ਕਰਕੇ ਦੁਬਾਰਾ ਦੱਸਿਆ। ਸੋ ਇੰਨੀ ਗੱਲ ਸਮਝ ਲੈਣੀ ਵੀ ਕਾਰਨ ਤੋਂ ਬਿਨਾਂ ਕਦੀ ਕਾਰਜ ਨਹੀਂ ਹੁੰਦਾ, ਤੇ ਬ੍ਰਹਮ ਉਹ ਹੈ ਜਿਹਦਾ ਕੋਈ ਕਾਰਨ ਨਹੀਂ, ਜਿਸ ਕਰਕੇ ਲਿਖਿਆ ਨਾ ਤਬਹਿ ਕਾਰਜ ਕੋ ਕੈਸੇ। ਜਦੋਂ ਕਾਰਨ ਹੀ ਮਿਟ ਗਿਆ ਬ੍ਰਹਮ ਦੇ ਕਹਿਣੇ ਕਰਕੇ, ਫਿਰ ਕਾਰਜ ਕਿੱਥੇ ਰਿਹਾ? ਭਾਵ ਕੋਈ ਕਾਰਜ ਨਹੀਂ ਰਹਿੰਦਾ ਹੈ। ਬ੍ਰਹਮ ਦਾ ਨਾ ਕੋਈ ਕਾਰਨ ਨਾ ਕੋਈ ਕਾਰਜ ਹੈ, ਉਹਦੇ ਆਪਣਾ ਕਾਰਨ ਕਾਰਜ ਆਪ ਹੀ ਹੈ। ਹੁਣ ਬੜੀ ਡੂੰਘੀ ਦ੍ਰਿਸ਼ਟੀ ਨਾਲ ਬਚਨ ਕਰਨ ਲੱਗੇ ਆ। ਹੁਣ ਬੜੀ ਗਿਆਨ ਦੀ ਦ੍ਰਿਸ਼ਟੀ ਵਾਲਾ ਬਚਨ ਕਹਿਣ ਲੱਗੇ ਆ। ਯਥਾਰਥ ਵਰਣਨ, ਯਥਾ ਜਿਹੜਾ ਯਥਾਰਥ ਜੈਸਾ ਹੈ ਉਹੋ ਜਿਹੇ ਅਰਥ, ਭਾਵ ਯਥਾਰਥ ਹੁੰਦਾ ਜੈਸਾ ਹੈ ਉਹੋ ਜਿਹਾ ਹੀ, ਭਾਵ ਬਿਲਕੁਲ ਸੱਚ ਠੀਕ। ਮਤਲਬ ਜੋ ਅਸੰਗ ਬ੍ਰਹਮ ਹੈ ਨਾ, ਜਿਹਨੂੰ ਕੋਈ ਚੀਜ਼ ਨਹੀਂ ਪਾਉਂਦੀ, ਉਹਦੇ ਬਾਰੇ ਹੁਣ ਵਿਚਾਰ ਆ ਰਹੇ। ਯਥਾਰਥ ਹੁਣ ਸਤਿਅਤਾ ਪਰਮੇਸ਼ਰ ਦੀ, ਸੱਤ ਪਾਉਣਾ ਠੀਕ ਪਾਉਣਾ ਕਥਨ ਕਰ ਲੱਗੇ। ਭਾਵ ਜੈਸਾ ਹੈ ਉਹ ਐਸਾ ਹੀ ਹੈ, ਉਹਦੇ ਵਿੱਚ ਕੋਈ ਵੀ ਕੋਈ ਚੀਜ਼ ਨਹੀਂ ਹੈ। ਕਵੇ ਚੇਤਨ ਕਹੋ ਯੋ ਕਹੂ ਔਰ ਜੜ ਹੋਏ ਕਛੂ। ਕਵੀ ਜੀ ਯਥਾਰਥ ਸਿਧਾਂਤ, ਭਾਵ ਸੱਤ ਸਿਧਾਂਤ ਦੇ ਕਥਨ ਕਰਨ ਲੱਗੇ ਆ। ਕਹਿੰਦੇ ਆ ਪਰਮਾਤਮਾ ਨੂੰ ਵੇਖੋ ਚੇਤਨ ਕਹੋ, ਚੇਤਨ ਹਰਕਤ ਵਾਲਾ, ਸਾਵਧਾਨ ਤੇ ਤਾਂ ਕਹੀਏ, ਹਾਂਜੀ ਤਾਂ ਆਖਣਾ ਕਰੀਏ। ਜੋ ਕਹੂੰ ਔਰ ਜੜ ਹੋਏ ਕਛੂ, ਜੋ ਕਹੀਏ ਜੇਕਰ ਕਹੂੰ ਕਹੀਏ ਕਿਤੇ ਹੋਰ, ਕਛੂ ਕਹੀਏ ਕੁਝ ਬ੍ਰਹਮ ਤੋਂ ਭਿੰਨ, ਜੜ ਵਸਤੂ ਹੋਏ ਹੋਵੇ। ਅਰਥਾਤ ਜੇ ਕੋਈ ਵਸਤੂ ਜੜ ਹੋਵੇ ਤਾਂ ਹੀ ਉਹਨੂੰ ਚੇਤਨ ਕਹੀਏ ਨਾ। ਯਥਾਰਥ ਭਾਵ ਇੱਥੇ ਇਹ ਅਰਥ ਆ ਵੀ ਸਾਰਾ ਕੀ ਹੈ? ਬ੍ਰਹਮ ਰੂਪ ਆ। ਉੱਤੇ ਦੱਸ ਦਿੱਤਾ ਨਾ ਵੀ ਸਾਰਾ ਹੀ ਬ੍ਰਹਮ ਬ੍ਰਹਮ ਆ। ਤੇ ਜਦੋਂ ਸਾਰਾ ਬ੍ਰਹਮ ਆ ਤੇ ਵੇਖੋ ਕੀ ਜੜ ਤੇ ਕੀ ਚੇਤਨ ਰਹਿਣਾ, ਕੀ ਇੱਕ ਤੇ ਕੀ ਦੋ, ਕੀ ਸੱਚ ਤੇ ਕੀ ਝੂਠ ਰਹਿਣਾ, ਜਿੱਥੇ ਸਾਰੀ ਗੱਲਾਂ ਖਤਮ ਹੀ ਹੋ ਜਾਣ। ਤੇ ਉਹਦੇ ਵੀ ਚੇਤਨ ਤੇ ਤਾਂ ਨੂੰ ਕਹੀਏ ਜੇਕਰ ਕੋਈ ਵੀ ਜੜ ਹੋਵੇ, ਭਾਵ ਬ੍ਰਹਮ ਤੇ ਜੜ ਹੈ ਨਹੀਂ, ਸਾਰੇ ਬੰਦੇ ਬ੍ਰਹਮ ਹੀ ਬ੍ਰਹਮ ਹੈ। ਔਰ ਜਿਵੇਂ ਸੁਰਤੀਆਂ ਪ੍ਰਮਾਣ ਹੈਗਾ ਨਾ, ਏਕ ਮੇਵਾ ਦਵਿਤੀਯਮ ਬ੍ਰਹਮ ਨੇਹਨਾ ਨਾਸਤੀ ਕਿੰਚਨ। ਏਕਮੇਵਾ ਏਕਾਮੇਵ ਪਾਠ ਨਹੀਂ ਹੈ ਇੱਥੇ, ਭਾਵੇਂ ਮਹੰਤ ਗਣੇਸ਼ ਸ਼ਾਹ ਜੀ ਨੇ ਵੀ ਏਕਾਮੇਵ ਲਿਖਿਆ, ਗਲਤ ਪਾਠ ਹੈ। ਏਕਮੇਵਾ, ਕਿਉਂਕਿ ਏਕਮੇਵਾ ਉਹਦੇ ਵਿੱਚ ਆੜਾ ਨਿਕਲ ਕੇ ਦਵਿਤੀਯਮ ਪਾਠ ਹੋਣਾ। ਜੇ ਆਪਾਂ ਏਕਮੇਵ ਦਵਿਤੀ ਭਾਵ ਦੁਤੀਆ ਹੁੰਦਾ, ਤੇ ਅਦਵਿਤੀय ਭਾਵ ਹੁੰਦਾ ਇਕੱਲਾ, ਇੱਕੋ ਹੀ। ਤੇ ਬ੍ਰਹਮ ਦੇ ਇੱਕੋ ਦੋ ਥੋੜੀ। ਏਕਮੇਵਾ ਦਵਿਤੀਯਮ ਬ੍ਰਹਮ, ਏਦਾਂ ਪਾਠ ਨਿਸ਼ਚੈ ਕਰਕੇ ਨਾ। ਏਕ ਅਦਵਿਤੀਯ ਭਾਵ ਅਦੁੱਤੀ ਬ੍ਰਹਮ ਹੀ ਬ੍ਰਹਮ ਹੈ। ਨਹਿਨਾ ਨਾਸਤੀ ਕਿੰਚਨ, ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਭਾਵ ਅਧਿਸ਼ਠਾਨ ਸਰੂਪ ਜਿਹੜਾ ਸਭ ਦਾ ਆਸਰਾ ਬ੍ਰਹਮ ਹੈ, ਤੇ ਬ੍ਰਹਮ ਤੋਂ ਭਿੰਨ ਕੁਝ ਵੀ ਪਦਾਰਥ ਨਹੀਂ ਹੈ, ਹੋਰ ਕੋਈ ਹੈ ਹੀ ਨਹੀਂ। ਸੁਰਤੀ ਪ੍ਰਮਾਣ ਮੁਤਾਬਕ ਏਕੋ ਹੈ ਭਾਈ, ਏਕੋ ਹੈ ਗੁਰਬਾਣੀ ਮੁਤਾਬਕ ਵੀ। ਇਸ ਪ੍ਰਕਾਰ ਸੁਰਤੀ ਪ੍ਰਮਾਣ ਦੇ ਨਾਲ ਸਭ ਥਾਈਂ ਬ੍ਰਹਮ ਸਰੂਪ ਹੀ ਸਿੱਧ ਹੋਣ ਕਰਕੇ ਕੋਈ ਜੜ ਵਸਤੂ ਨਹੀਂ ਹੈਗੀ। ਜੇ ਜੜ ਵਸਤੂ ਹੋਵੇ, ਜੜ ਦੀ ਦ੍ਰਿਸ਼ਟੀ ਕਰਕੇ ਤੇ ਚੇਤਨ ਦਾ ਉਚਾਰਨ ਹੁੰਦਾ, ਜੜ ਕਰਕੇ ਚੇਤਨ ਕਿਹਾ ਜਾਂਦਾ। ਇਸ ਲਈ ਪ੍ਰਮਾਤਮਾ ਨੂੰ ਚੇਤਨ ਕਹਿਣਾ ਵੀ ਨਹੀਂ ਬਣਦਾ। ਇੱਥੇ ਗੱਲ ਕਹਿਣ ਦੇ ਯਥਾਰਥ ਭਾਵ ਸਾਤੀ ਸਰੂਪ ਬ੍ਰਹਮ ਹੀ ਬ੍ਰਹਮ ਦਾ ਕਥਨ ਕਰਨ ਲੱਗੇ ਆ। ਉੱਥੇ ਦੋ ਚੀਜ਼ਾਂ ਨਹੀਂ ਹੈਗੀਆਂ। ਚੇਤਨ ਤੇ ਤਾਂ ਕਹੀਏ ਜੇ ਕੋਈ ਜੜ ਹੋਵੇ, ਬ੍ਰਹਮ ਹੀ ਬ੍ਰਹਮ ਸਾਰੇ ਪਾਸੇ, ਏਕਮੇਵਾ ਅਦਵਿਤੀਯਮ ਬ੍ਰਹਮ। ਹਾਂਜੀ, ਸਾਰੇ ਬੰਨੇ ਸਰਵਮ ਖਲਵਦਮ ਬ੍ਰਹਮ, ਸਾਰੇ ਬੰਦੇ ਬ੍ਰਹਮ ਹੀ ਬ੍ਰਹਮ ਹੈ। ਫਿਰ ਆਪਾਂ ਚੇਤਨ ਤੇ ਤਾਂ ਕਹੀਏ ਜੇ ਕੋਈ ਜੜ ਹੋਵੇ। ਸਤ ਕਹੋ ਜਾਂ ਤੇ ਯੋ ਅਸਤ ਕਛ ਲਹੀ ਹੈ। ਫਿਰ ਪਰਮਾਤਮਾ ਨੂੰ ਸਤ ਸਰੂਪ ਤਾਂ ਹੀ ਕਹਿਣਾ ਕਰੀਏ। ਸਤ ਕਹੋ ਭਾਵ ਬ੍ਰਹਮ ਨੂੰ ਸਤ ਤੇ ਉਹਨੂੰ ਤਾਂ ਕਹੀਏ, ਜਾਂ ਤੇ ਜੋ ਅਸਤ ਕਛ
ਲਹੀਏ। ਜੇ ਕੋਈ ਸਤ ਜਾਣੀ, ਜੇ ਕੋਈ ਅਸਤ ਜਾਣੀਏ ਤਾਂ ਹੀ ਉਹਨੂੰ ਸਤ ਕਹੀਏ ਨਾ। ਲਹੀਏ ਦਾ ਅਰਥ ਆ ਜਾਣੀ, ਜਾਣਨਾ ਕਰੀਏ। ਕਿਉਂਕਿ ਵਾਸਤਵ ਵਿੱਚ ਫੇਰ ਸੁਰਤੀ ਪ੍ਰਮਾਣ ਇਹ ਸਾਰਾ ਹੀ ਲੱਗੀ ਜਾਣਾ ਦੋ ਤਿੰਨ ਕਵਿਤਾਂ ਵਿੱਚ ਵੀ ਵਾਸਤਵ ਵਿੱਚ ਪਰਮਾਤਮਾ ਦੇ ਕੋਈ ਵੀ ਸ਼ਬਦ ਨਾਮ ਲਾਗੂ ਹੀ ਨਹੀਂ ਹੁੰਦਾ, ਗੱਲ ਮੁੱਕਦੀ। ਕਿਉਂਕਿ ਇਕੱਲਾ ਅਦੁੱਤੀ ਬ੍ਰਹਮ ਹੈ ਨਾ, ਉੱਥੇ ਕੋਈ ਲਾਗੂ ਨਹੀਂ ਹੋ ਸਕਦਾ। ਸਭ ਥਾਈਂ ਨਿਸ਼ਚੈ ਕਰਕੇ ਤੇ ਬ੍ਰਾਹਮੀ ਬ੍ਰਹਮ ਹੈ, ਏਕੋ ਹੈ ਭਾਈ ਏਕੋ ਹੈ, ਸਹਿ ਮੇਰਾ ਏਕੋ ਹੈ। ਭਾਵ ਕਿ ਜੇ ਅਸਤ ਹੋਏ ਫੇਰ ਹੀ ਸਤ ਕਿਹਾ ਜਾ ਸਕਦਾ ਉਹਨੂੰ। ਸੋ ਜਦੋਂ ਅਸਤ ਪਦਾਰਥ ਕੋਈ ਹੈ ਨਹੀਂ, ਸਾਰੇ ਪਾਸੇ ਦੇ ਬ੍ਰਹਮ ਹੈ ਤੇ ਬ੍ਰਹਮ ਹੈਗਾ ਸਤ, ਫਿਰ ਸਤ ਕਿਸ ਪ੍ਰਕਾਰ ਕਿਹਾ ਜਾਵੇ? ਅਸਤ ਹੋਵੇ ਤੇ ਸਤ ਕਹੀਏ ਨਾ। ਉਹਨੂੰ ਮਤਲਬ ਨਾ ਸਤ ਕਹਿਣਾ ਬਣਦਾ, ਨਾ ਅਸਤ ਕਹਿਣਾ ਬਣਦਾ, ਨਾ ਚੇਤਨ ਨਾ ਜੜ, ਇੰਨਾ ਸਮਝ ਲੈਣਾ। ਆਨੰਦ ਸਰੂਪ ਤੋ ਕਹੋ ਜੇ ਸੌਂਕ ਜਾਣੇ ਕਹੂੰ। ਬ੍ਰਹਮ ਨੂੰ, ਵਿਆਪਕ ਪਰਮੇਸ਼ਰ ਵਾਹਿਗੁਰੂ ਨੂੰ, ਪਰਮਾਤਮਾ ਨੂੰ ਕੁਝ ਵੀ ਕਹਿ ਲਓ। ਆਨੰਦ ਸਰੂਪ, ਆਨੰਦ ਖੁਸ਼ੀ ਦਾ ਪ੍ਰਤੀਕ, ਆਨੰਦ ਪ੍ਰੇਮ ਪ੍ਰੀਤੀ ਦਾ ਵਿਸ਼ਾ, ਪਰਮ ਪ੍ਰੀਤੀ ਦਾ ਵਿਸ਼ਾ। ਭਾਵ ਆਨੰਦ ਸਰੂਪ ਤੋ ਤਾਦੀ ਕਹੋ ਕਹੀਏ, ਕਹਿਣਾ ਕਰੀਏ। ਜੇ ਕੋਈ ਕਿਸੇ ਥਾਂ ਸੋਕ ਗਮ ਜਾਨੋ ਕਹੀਏ, ਜਾਣਨਾ ਕਰੀ ਜਾਣੀ ਕਹੂੰ ਕਹੀਏ। ਕਿਸੇ ਥਾਂ ਜੇ ਸੋਕ ਗਮ ਜਾਣੀਏ ਤਾਂ ਹੀ ਆਨੰਦ ਸਰੂਪ ਕਹੀਏ ਨਾ। ਕਿਉਂਕਿ ਸੋਗ ਦੀ ਅਪੇक्षा ਨਾਲ ਹੀ ਨਾ ਤਾਂ ਹੀ ਆਨੰਦ ਕਿਹਾ ਜਾਂਦਾ ਵੀ ਇਹਨੂੰ ਆਨੰਦ ਆ, ਇਹਨੂੰ ਸੋਕ ਆ। ਪਰ ਜਿੱਥੇ ਸੋਕ ਹੀ ਨਹੀਂ ਹੈਗਾ ਉੱਥੇ ਆਨੰਦ ਸਰੂਪ ਵੀ ਕਿਉਂ ਕਹਿਣਾ? ਜਦੋਂ ਬ੍ਰਹਮ ਤੇ ਹੈ ਹੀ ਆਨੰਦ ਸਰੂਪ, ਤੇ ਸਾਰਾ ਜਗਤ ਬ੍ਰਹਿਮੰਡ ਬ੍ਰਾਹਮੀ ਬ੍ਰਹਮ ਹੈ, ਆਨੰਦ ਸਰੂਪ ਹੈ। ਫਿਰ ਸੋਕ ਵੀ ਕਾਹਨੂੰ ਕਹਿਣਾ ਵੀ ਜਦੋਂ ਬ੍ਰਹਮ ਤੋਂ ਭਿੰਨ ਕੁਝ ਹੈ ਹੀ ਨਹੀਂ, ਫਿਰ ਬ੍ਰਹਮ ਨੂੰ ਆਨੰਦ ਸਰੂਪ ਵੀ ਕਿਵੇਂ ਕਿਹਾ ਜਾਏ? ਕਹਿਣ ਦੀ ਮਤਲਬ ਨਹੀਂ ਬਣਦਾ। ਦੋ ਨਾਮ ਰੱਖਣ ਦਾ ਮਤਲਬ ਨਹੀਂ ਹੈ। ਇੱਕੋ ਹੀ ਨਾਮ ਦਾ ਸਤਿਨਾਮ ਤੇਰਾ ਭਰਾਪੁਰ ਬਲ। ਅਦਵਿਤੀय ਕਹੋ ਜੋ ਅਦਵਿਤੀय ਔਰ ਗਹੀਏ। ਅਦੁੱਤੀ ਇਕੱਲਾ ਤਾਂ ਆਖੀਏ, ਜੋ ਅਦਵਿਤੀय ਜੇਕਰ ਦਵਿਤੀय ਭਾਵ ਦੂਜਾਪਣ ਕਿਤੇ ਹੋਵੇ। ਕਿਉਂਕਿ ਜੇ ਦਵਿਤੀय ਔਰ ਗਹੀ, ਜੇ ਦੂਜਾ ਔਰ ਕਹੀਏ ਗਹੀਏ ਕਹੀਏ ਗ੍ਰਹਿਣ ਕਰੀਏ ਤਾਂ ਹੀ ਉਹਨੂੰ ਅਦਵਿਤੀय ਦੁੱਤੀ ਇਕੱਲਾ ਕਹੀਏ ਨਾ। ਕਿਉਂਕਿ ਦਵਿਤੀ ਹੋਵੇ ਤੇ ਦਵਿਤੀ ਦੀ ਦ੍ਰਿਸ਼ਟੀ ਕਰਕੇ ਤੇ ਉਹਨੂੰ ਅਦੁੱਤੀ ਕਿਹਾ ਜਾਣਾ। ਰਾਤ ਦੀ ਦ੍ਰਿਸ਼ਟੀ ਕਰਕੇ ਦਿਨ ਕਹੀਦਾ। ਜੇ ਰਾਤ ਹੈਗੀ ਤਾਂ ਦਿਨ ਕਹਿੰਦੇ, ਜੇ ਦਿਨ ਹੈਗਾ ਰਾਤ ਕਹਿੰਦੇ। ਜਦੋਂ ਦੁਤੀਆਪਣ ਤੇ ਵਿੱਚ ਹੈ ਹੀ ਨਹੀਂ, ਸਭ ਪਾਸੇ ਬ੍ਰਾਹਮੀ ਬ੍ਰਹਮ ਹੈ। ਏਕਮੇਵਾ ਦਵਿਤੀਯਮ ਬ੍ਰਹਮ। ਜਦੋਂ ਸਾਰੇ ਬਣੇ ਬ੍ਰਾਹਮੀ ਬ੍ਰਹਮ ਉਹ ਇਕੱਲਾ ਹੀ ਆ, ਫਿਰ ਦੂਜਾਪਣ ਤੇ ਹੈ ਨਹੀਂ। ਦੂਜਾਪਣ ਹੋਵੇ ਤੇ ਤਾਂ ਹੀ ਫਿਰ ਉਹਨੂੰ ਅਦੁੱਤੀਪੁਣਾ ਕਹੀਏ ਨਾ। ਤੇ ਦੁਤੀਆਪੁਣਾ ਪਰਮਾਤਮਾ ਵਿੱਚ ਹੈ ਨਹੀਂ, ਫਿਰ ਅਦੁੱਤੀ ਕਿਵੇਂ ਕਿਹਾ ਜਾਏ? ਅਦਵਿਤੀय ਕਹੋ, ਅਦਵਿਤੀय ਭਾਵ ਅਦੁੱਤੀ ਤਾਂ ਕਹੀਏ ਜੇ ਦਵਿਤੀय ਕਹੀਏ ਦੂਜਾਪਣ ਹੋਰ ਕਹੀਏ ਗ੍ਰਹਿਣ ਕਰੀਏ ਪਕੜੀਏ ਤਾਂ ਕਹੋ ਅਖੰਡ ਖੰਡ ਖੰਡ ਔਰ ਦੇਖੋ ਕਛੂ। ਪਰਮਾਤਮਾ ਨੂੰ ਅਖੰਡ ਸਰੂਪ ਖੰਡਨ ਤੋਂ ਰਹਿਤ ਤਾਂ ਕਹੀਏ ਤਾਂ ਕਹੀਏ, ਕਹੋ ਕਹੀਏ ਕਹਿਣਾ ਕਰੀਏ। ਜੇਕਰ ਔਰ ਹੋਰ ਕੁਝ ਔਰ ਕਛੂ ਹੋਰ ਕੁਝ ਕਿਤੇ ਕਹੀਏ ਖੰਡ ਖੰਡ ਕਹੀਏ ਟੁਕੜੇ ਟੁਕੜੇ ਦੇਖੋ ਦੇਖਦੇ ਹੋਈ। ਕਿਉਂਕਿ ਜੇ ਕਿਤੇ ਟੋਟੇ ਟੋਟੇ ਹੋਣ ਤਾਂ ਹੀ ਕਵਾਂਗੇ ਨਾ। ਖੰਡਾਂ ਦੀ ਦ੍ਰਿਸ਼ਟੀ ਨਾਲ ਹੀ ਅਖੰਡ ਦਾ ਕਥਨ ਹੁੰਦਾ ਵੀ ਉੱਥੇ ਟੋਟੇ ਟੋਟੇ ਆ, ਉੱਥੇ ਅਖੰਡ ਆ। ਸੋ ਜਦੋਂ ਕੋਈ ਪਦਾਰਥ ਖੰਡਨ ਹੀ ਨਹੀਂ ਹੈ, ਬ੍ਰਾਹਮੀ ਬ੍ਰਹਮ ਹੈ, ਬ੍ਰਹਮ ਦਾ ਖੰਡਨ ਨਹੀਂ ਹੁੰਦਾ, ਉਹ ਅਖੰਡ ਸਰੂਪ ਹੈ, ਫਿਰ ਵੀ ਅਖੰਡ ਕਿਵੇਂ ਕਹਿਣਾ ਕਰੀਏ? ਕਹਿਣ ਦਾ ਮਤਲਬ ਕੋਈ ਨਹੀਂ ਹੈ। ਭਾਵ ਜੇ ਖੰਡਨ ਪੁਣਾ ਹੋਵੇ ਫਿਰ ਹੀ ਅਖੰਡ ਕਹਾਂਗੇ ਨਾ। ਤੇ ਜਦੋਂ ਹੈ ਹੀ ਸਾਰੇ ਬ੍ਰਹਮ ਤੇ ਬ੍ਰਹਮ ਦਾ ਖੰਡਨ ਨਹੀਂ ਹੁੰਦਾ, ਫਿਰ ਅਖੰਡ ਕਿਵੇਂ ਕਿਹਾ ਜਾਏ? ਚੱਲ ਹੋਏ ਔਰ ਤੋਂ ਅਚਲ ਵਾਹਿ ਕਹੀਏ, ਪਰਮਾਤਮਾ ਤੋਂ ਭਿੰਨ। ਜੇਕਰ ਕੋਈ ਹੋ ਔਰ ਕਹੀਏ ਹੋਰ, ਚੱਲ ਕਹੀਏ ਚਲਾਏ ਮਾਨ ਨਜ਼ਰ ਵਿੱਚ ਆਵੇ ਜਾਂ ਹੋਵੇ ਤਾਂ ਅਚਲ ਵਾਹਿ ਕਹੀਏ। ਤਾਂ ਹੀ ਉਸ ਬ੍ਰਹਮ ਨੂੰ ਅਚਲ ਕਹੀਏ ਨਾ ਵੀ ਚਲਾਏ ਮਾਨ ਨਹੀਂ ਹੁੰਦਾ।
ਬ੍ਰਹਮ ਤੇ ਹੁਣ ਅਚਲ ਹੈ। ਹਾਂਜੀ, ਤੇ ਉਹ ਚਲਾਇਮਾਨ ਨਹੀਂ ਹੁੰਦਾ। ਜਦੋਂ ਚਲਾਇਮਾਨ ਕੋਈ ਹੋਵੇ ਤਾਂ ਹੀ ਦਾ ਨਾਮ ਅਚਲ ਕਹੀਏ ਨਾ। ਸੋ ਬ੍ਰਹਮ ਤੋਂ ਭਿੰਨ ਕੋਈ ਵਸਤੂ ਚਲਾਇਮਾਨ ਨਹੀਂ। ਪਰ ਭਾਵ ਇੱਥੇ ਇਹ ਨਹੀਂ ਲੈਣਾ ਵੀ ਬ੍ਰਹਮ ਤੋਂ ਬ੍ਰਹਮ ਹੀ ਚਲਾਇਮਾਨ ਆ। ਭਾਵ ਬ੍ਰਹਮ ਤੋਂ ਵੱਖਰੀ ਕੋਈ ਵਸਤੂ ਹੈ ਨਹੀਂ ਹੈ, ਤੇ ਫਿਰ ਉਹ ਚਲਾਇਮਾਨ ਨਹੀਂ ਹੁੰਦਾ। ਫਿਰ ਅਚਲ ਕਿਵੇਂ ਕਹਿਣਾ ਕਰੀਏ? ਇਹ ਕਹਿਣਾ ਅਸੰਭਵ ਆ। ਇਹ ਗੱਲ ਅਸੰਗਤ ਆ, ਬਣਦੀ ਨਹੀਂ ਹੈ। ਜਾਨ ਯਹ ਭੇਦ ਸੁਖਦੇਵ ਨੇਤ ਨੇਤ ਕਹੈ। ਕਵੀ ਸੁਖਦੇਵ ਨਿਰਮਲੇ ਮਹਾਂਪੁਰਸ਼ ਕਥਨ ਕਰਦੇ ਆ ਵੀ ਯਹ ਜਾਨ ਯਹ, ਇਹੀ ਗੱਲ ਜਾਣ ਕੇ ਸਮਝ ਕਰਕੇ ਨਾ ਵੀ ਉਹਨੂੰ ਤੇ ਕੁਝ ਕਹਿਣਾ ਹੀ ਨਹੀਂ ਬਣਦਾ। ਬ੍ਰਹਮ ਨੂੰ ਉਹਦੇ ਯਥਾਰਥ ਸਤ ਸਰੂਪ ਹੀ ਹੈ, ਬਸ ਇਕੱਲਾ ਹੀ ਹੈ, ਔਰ ਕੋਈ ਨਹੀਂ ਹੈ। ਨੇਤ ਨੇਤ ਕਹੈ, ਸਿਰਫ ਬ੍ਰਹਮ ਵੀ ਉਹਨੂੰ ਇਸੇ ਕਰਕੇ ਨੇਤ ਨਹੀਂ ਇਤੀ ਈੜੀ ਦੇ ਵਿੱਚ ਨਿਕਲ ਜਾਣਾ ਕੀ ਹੈ? ਸਿਹਾਰੀ ਵਿੱਚ ਈੜੀ ਨਿਕਲ ਜਾਣੀ। ਭਾਵ ਨਾ ਇਤੀ ਨਾ ਇਤੀ, ਭਾਵ ਨਹੀਂ ਹੈ ਜੀ ਦੇ ਇਤੀ ਸਮਾਪਤੀ, ਨਹੀਂ ਹੈ ਜੀ ਦੀ ਸਮਾਪਤੀ। ਭਾਵ ਜੋ ਨੇਤ ਨੇਤ ਬੇਅੰਤ ਬੇਅੰਤ, ਉਹਨੂੰ ਵੇਦ ਵੀ ਕਹਿੰਦੇ। ਨੇਤ ਨੇਤ ਮੁਖ ਚਾਰ ਬਤਾਇਓ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ। ਤੇ ਇਹੀ ਗੱਲ ਜਾਣ ਕੇ ਵੇਦ ਵੀ ਉਹਨੂੰ ਨੇਤ ਨੇਤ ਹੀ ਕਹਿੰਦੇ ਆ। ਗੁਰਬਾਣੀ ਵਿੱਚ ਆਉਂਦਾ ਨਾ, ਨੇਤ ਨੇਤ ਕਥੰਤ ਵੇਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵਚਨ ਕਰਦੇ ਆ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਆਪ ਕੋ ਵਿਚਾਰੇ ਚੁੱਪ ਚਾਪ ਆਪ ਰਹੀਏ। ਇਸ ਕਰਕੇ ਨਾ ਆਪ ਆਪਣੇ ਨਿੱਜ ਸਰੂਪ ਨੂੰ ਵਿਚਾਰੇ ਕਈ ਵਿਚਾਰ ਨਾਲ, ਆਪਣੇ ਆਪ ਕੋ ਵਿਚਾਰ, ਆਪਣੇ ਸਰੂਪ ਨੂੰ ਉਹ ਬ੍ਰਹਮ ਦਾ ਰੂਪ ਵਿਚਾਰ ਕੇ ਨਾ, ਭਾਵ ਆਪਣੇ ਸਰੂਪ ਦੀ ਵਿਚਾਰ ਕਰਕੇ, ਇਹਦੀ ਪ੍ਰਾਪਤੀ ਕਰਕੇ ਚੁੱਪ ਚਾਪ ਆਪ ਰਹੀ। ਚੁੱਪ ਚਾਪ ਹੀ ਹੋ ਕਰਕੇ ਰਹਿਣਾ ਕਰੀਏ। ਚੋਪੀ ਭਾਵ ਕਹਿਣਾ ਨਹੀਂ ਬਣਦਾ। ਉਹ ਐਸਾ ਮੇਰਾ ਸਰੂਪ, ਉਹ ਬ੍ਰਹਮ ਐਸਾ। ਇਹ ਭਾਵ ਇਹਦੇ ਗੂੰਗੇ ਦੀ ਮਠਿਆਈ ਆ। ਜਿਨ ਹਰ ਪਾਇਓ ਤਿਨੇ ਛਪਾਇਓ, ਵੀ ਜਿੰਨਾ ਪਾਲਿਆ ਚੁੱਪ ਕੀਤੇ ਰਹਿੰਦੇ, ਛਪਾ ਕੇ ਰੱਖਿਆ। ਕੀ ਕਹਿਣਾ ਉੱਥੇ? ਕੋਈ ਕਹਿਣਾ ਨਹੀਂ ਬਣਦਾ ਉੱਥੇ। ਤੇ ਅਫੋਰ ਅਵਸਥਾ ਅੰਤਰ ਸੁਣਨ ਬਾਹਰ ਸੁਣਨ ਤਰਪਾਉਣ ਸੁਣਨ ਸੁਣਨ, ਇਹੋ ਜਿਹੀ ਅਵਸਥਾ ਹੋ ਜਾਂਦੀ। ਬਸ ਚੁੱਪ ਚਾਪ ਹੀ ਹੋਏ ਰਹੀਏ। ਬਾਬਾ ਬੋਲਣਾ ਕਿਆ ਕਹੀਏ। ਹਾਂਜੀ, ਚੁੱਪ ਹੀ ਚੁੱਪ ਹੋ ਰਹੀ ਹੈ। ਆਪ ਕੋ ਵਿਚਾਰੇ, ਆਪਣੇ ਸਰੂਪ ਦੀ ਵਿਚਾਰ ਕਰੇ। ਉਹ ਬ੍ਰਹਮ ਤੇ ਬੇਅੰਤ ਬੇਅੰਤ ਆਪਣੇ ਸਰੂਪ ਭਾਵ ਜਿੱਤੋਂ ਭੁੱਲੇ ਉਹਦੀ ਵਿਚਾਰ ਕਰੇ, ਉਹਦੀ ਪ੍ਰਾਪਤੀ ਕਰਕੇ ਚੁੱਪ ਚਾਪ ਆਪ ਹੀ ਹੋਏ ਰਹੀਏ। ਕੁਝ ਕਹਿਣਾ ਨਹੀਂ ਬਣਦਾ। ਐਸਾ ਹੈ ਬ੍ਰਹਮ, ਐਸਾ ਹੈ ਉਹ ਆਨੰਦ ਸਰੂਪ ਹੈ, ਇਹਨੂੰ ਕੀ ਕਹਿਣਾ? ਚੁੱਪ ਹੀ ਚਾਪ ਰਹੀਏ। ਇਹ ਬੜੀ ਗਿਆਨ ਦੀ ਅਵਸਥਾ ਨਾਲ ਇੱਥੇ ਯਥਾਰਥ ਵਚਨ ਕਹੇ ਜਾ ਰਹੇ ਆ। ਇਸ ਕਰਕੇ ਇੱਥੇ ਕੋਈ ਖੰਡਨ ਮੰਡਣ ਨਹੀਂ ਹੈ ਵੀ ਉਹ ਫਿਰ ਕਈ ਕਹਿ ਲੈਂਦੇ ਸਤਿਗੁਰੂ ਜੀ ਨੇ ਐਵੇਂ ਕਿਹਾ, ਫਿਰ ਉਹਦਾ ਕੋਈ ਹੈ ਹੀ ਨਹੀਂ। ਐਸਾ ਨਹੀਂ ਹੈ। ਇੱਥੇ ਵਿਸ਼ਾ ਜੋ ਚੱਲਣ ਡਿਆ ਉਹਦੇ ਮੁਤਾਬਕ ਇਹ ਵਿਸ਼ਾ ਸਮਝਣ ਦੀ ਜ਼ਰੂਰਤ ਆ। ਭਾਵ ਉਹਦੇ ਗੁਰਬਾਣੀ ਵਿੱਚ ਵੀ ਹੈ ਵੀ ਜਿਨ ਹਰ ਪਾਇਓ ਤਿਨੇ ਛਪਾਇਓ। ਜਿਨ੍ਹਾਂ ਨੇ ਪਾਲਿਆ ਚੁੱਪ ਕੀਤੇ ਰਹਿੰਦੇ, ਫਿਰ ਉੱਥੇ ਬੋਲ ਅਵਸਥਾ ਨਹੀਂ ਰਹਿ ਜਾਂਦੀ। ਜਦੋਂ ਆਪਣੇ ਆਪ ਦੀ ਵਿਚਾਰ ਹੋ ਜਾਂਦੀ, ਚੁੱਪ ਚਾਪ ਹੀ ਆਪ ਹੋਏ ਰਹੀਏ, ਚੁੱਪ ਚਾਪ ਹੀ ਰਹਿਣਾ ਕਰੀਏ। ਭਾਵ ਉੱਥੇ ਰੌਲੇ ਦਾ ਵਿਸ਼ਾ ਹੀ ਨਹੀਂ ਰਹਿ ਜਾਂਦਾ। ਕਬੀਤ ਆਜ ਤੋ ਕਹੋ ਜੋ ਦੇਖੋ ਔਰ ਕੋ ਜਨਮ ਕਹੂੰ। ਹੁਣ ਅੱਗੇ ਕਬੀਤ ਵਿੱਚ ਫਿਰ ਸਿੱਖਿਆ ਦੇਣ ਲੱਗੇ। ਕਹਿੰਦੇ ਆ ਵੀ ਅੱਜ ਤੋ ਕਹੋ। ਅੱਜ ਨਾਮ ਜਾ ਨਾਮ ਜਨਮ ਦਾ, ਆ ਨਾਮ ਰਹਿਤ ਦਾ। ਜਨਮ ਤੋਂ ਰਹਿਤ ਭਾਵ ਅਜਨਮਾ ਤਾਂ ਪਰਮਾਤਮਾ ਨੂੰ ਤਾਂ ਕਹੋ ਕਹੀਏ, ਕਹਿਣਾ ਕਰੀਏ। ਜੋ ਦੇਖੋ ਔਰ ਕੇ ਜਨਮ ਕਹੂੰ। ਜੋ ਕਹੀਏ ਜੇਕਰ, ਕਹੂੰ ਕਹੀਏ ਜੇਕਰ ਕਿਤੇ, ਔਰ ਕਹੀਏ ਹੋਰ ਦਾ, ਹੋਰ ਥਾਂ ਕਿਸੇ ਦਾ ਜਿਹੜਾ ਜਨਮ ਆ ਉਹ ਦੇਖੋ ਕਹੀਏ, ਦੇਖਣਾ ਕਰੀਏ। ਅਰਥਾਤ ਬ੍ਰਹਮ ਦਾ ਜਨਮ ਨਹੀਂ ਹੁੰਦਾ, ਸਾਰਾ ਇਹ ਬ੍ਰਹਮ ਹੀ ਬ੍ਰਹਮ ਹੈ। ਫਿਰ ਏਕ ਮੇਵਾ ਅਦਵਿਤੀਯਮ ਬ੍ਰਹਮ, ਉਹਦੇ ਮੁਤਾਬਕ ਉਸ ਤੋਂ ਕਿੰਚਿਤ ਵੱਖਰਾ ਕੋਈ ਨਹੀਂ। ਤਦ ਵਿਹਾਈ, ਉਹ ਪੜ੍ਹਿਆ ਸੀ ਨਾ ਆਪਾਂ, ਅਰਵਿੰਦੂ ਉਪਨਿਸ਼ਦ ਵਿੱਚ ਵੀ ਆਉਂਦਾ ਵਾ ਵੀ ਉੱਥੇ ਲਿਖਿਆ ਵਾ
ਤਦ ਵਿਆਹਿ ਅਨੰਤ ਕਿੰਚਿਤ ਨ ਅਸਤੀ। ਤੇ ਉਹਦੇ ਤੋਂ ਬਿਨਾ ਹੋਰ ਕੁਝ ਵੀ ਨਹੀਂ, ਭਾਵ ਬ੍ਰਾਹਮੀ ਬ੍ਰਹਮ। ਤੇ ਜਦੋਂ ਬ੍ਰਾਹਮੀ ਬ੍ਰਹਮ ਆ ਤੇ ਬ੍ਰਹਮ ਦਾ ਜਨਮ ਨਹੀਂ ਹੁੰਦਾ। ਜੇ ਕਿਤੇ ਆਪਾਂ ਜਨਮ ਦੇਖਣਾ ਕਰੀਏ ਤਾਂ ਹੀ ਇਹਨੂੰ ਅਜਨਮਾ ਕਹੀਏ ਨਾ। ਹਾਂਜੀ, ਬ੍ਰਹਮ ਦਾ ਜਨਮ ਨਹੀਂ ਹੁੰਦਾ ਤੇ ਸਾਰੇ ਬੰਨੇ ਬ੍ਰਾਹਮੀ ਬ੍ਰਹਮ। ਜੇ ਕਿਤੇ ਜਨਮ ਹੁੰਦਾ ਤਾਂ ਹੀ ਇਹਨੂੰ ਅਜਨਮਾ ਕਹੀਏ। ਭਾਵ ਜੇ ਜਨਮ ਹੋਵੇ ਨਾ ਫੇਰ ਹੀ ਕਿਹਾ ਜਾਂਦਾ ਉਹਦਾ ਜਨਮ ਆ, ਤੇ ਉਹਦਾ ਵੀ ਉਹ ਅਜਨਮਾ ਹੈ, ਇਹ ਜਨਮ ਵਾਲਾ। ਜਨਮ ਵਾਲੇ ਦੀ ਦ੍ਰਿਸ਼ਟੀ ਕਰਕੇ ਜਨਮਾ ਕਿਹਾ ਜਾਂਦਾ। ਬ੍ਰਹਮ ਤੋਂ ਭਿੰਨ ਵਸਤੂ ਹੋਰ ਕੋਈ ਹੈ ਹੀ ਨਹੀਂ। ਫਿਰ ਜਨਮ ਕਿਸ ਪ੍ਰਕਾਰ ਹੋਵੇ, ਕਿਹਦਾ ਹੋਵੇ। ਸੋ ਜਦੋਂ ਕਿਸੇ ਦਾ ਜਨਮ ਹੀ ਸਿੱਧ ਨਹੀਂ ਹੁੰਦਾ, ਭਾਵ ਇਹ ਬ੍ਰਹਮ ਦਾ ਜਨਮ ਹੀ ਨਹੀਂ ਹੁੰਦਾ, ਫਿਰ ਅਜਨਮਾ ਨੂੰ ਕਿਸ ਤਰ੍ਹਾਂ ਕਹਿਣਾ। ਇਹ ਕਿਵੇਂ ਕਿਹਾ ਜਾ ਸਕਦਾ ਉਹ ਜਨਮਾ, ਭਾਵ ਉਹਨੂੰ ਅਜਨਮਾ ਜਨਮ ਵਾਲਾ ਕਿਹਾ ਨਹੀਂ ਜਾ ਸਕਦਾ। ਮੁੱਕਦੀ ਗੱਲ, ਜਨਮ ਹੁੰਦਾ ਕੋਈ ਨਹੀਂ, ਅਜਨਮਾ ਨੂੰ ਕਹਿਣ ਦੀ ਜ਼ਰੂਰਤ ਨਹੀਂ। ਅਕਿਰਿਆ ਕਹੋ ਤਾਂ ਕਰਤਾਰ ਔਰ ਰਹੀ ਹੈ। ਉਸ ਬ੍ਰਹਮ ਨੂੰ ਕਿਰਿਆ ਨਾਮ, ਕਿਰਿਆ ਦਾ ਆ ਨਾਮ ਰਹਿਦਾ ਹੈ। ਕਿਰਿਆ ਤੋਂ ਰਹਿਤ ਵੀ ਤਾਂ ਤੋ ਗਈ ਤਦ ਕਹੋ ਕਹਿਣਾ ਕਰੀਏ। ਕਰਤਾਰ ਔਰ ਲਹੀ, ਜੇ ਕੋਈ ਕਰਤਾ ਗਈ ਕਰਤਾ ਹੈ, ਕਰਤਾ ਰੂਪ ਹੋ ਕੇ ਹੋਰ ਕਈ ਰਹੀਏ ਕੋਈ ਹੈ ਜਾਣੀ। ਭਾਵ ਜੇ ਕੋਈ ਕਰਤਾ ਹੋਵੇ ਫਿਰ ਕੌਣ, ਉਹ ਕਰਤਾ ਤੇ ਉਹ ਅਕਰਤਾ। ਭਾਵ ਉਹ ਕਿਰਿਆ ਵਾਲਾ, ਉਹ ਕਿਰਿਆ ਤੋਂ ਰਹਿਤ। ਜਦੋਂ ਬ੍ਰਹਮੀ ਬ੍ਰਹਮ ਚਾਰ ਸਫੇਰੇ, ਕਰਤਾ ਕੋਈ ਹੈ ਨਹੀਂ, ਕਿਉਂਕਿ ਬ੍ਰਹਮ ਅਕਿਰਿਆ ਵਾ, ਉਹ ਕਰਤਾ ਨਹੀਂ ਹੈਗਾ। ਤੇ ਜਦੋਂ ਕਰਤਾ ਕੋਈ ਨਹੀਂ ਹੈਗਾ ਫਿਰ ਅਕਿਰਿਆ ਕਾਹਨੂੰ ਕਹਿਣਾ। ਕਰਤੇ ਦੀ ਦ੍ਰਿਸ਼ਟੀ ਕਰਕੇ ਹੀ ਅਕਿਰਿਆ ਕਿਹਾ ਜਾਂਦਾ, ਅਕਰਤਾ ਤਾਂ ਹੀ ਕਿਹਾ ਜਾਂਦਾ ਜੇ ਕੋਈ ਕਰਤਾ ਹੈਗਾ। ਪਰਮਾਤਮਾ ਤੋਂ ਵੱਖਰੀ ਕੋਈ ਵਸਤੂ ਨਹੀਂ ਕਿਰਿਆ ਵਾਲੀ। ਹਾਂਜੀ, ਫਿਰ ਉਹਨੂੰ ਅਕਿਰਿਆ ਕਿਵੇਂ ਕਹਿਣਾ ਕਰੀਏ, ਭਾਵ ਨਹੀਂ ਕਹਿਣਾ ਬਣਦਾ। ਕਿਵੇਂ ਔਰ ਕਹੀਏ ਹੋਰ ਕਰਤਾ ਜਦੋਂ ਲਹੀਏ ਜਾਣੀਏ ਤਾਂ ਹੀ ਨੂੰ ਕਿਰਿਆ ਕਹੀਏ, ਉਹ ਕੋਈ ਹੈ ਨਹੀਂ ਹੈ। ਕੂਟ ਵਤ ਕਹੋ ਜੋ ਲੋਹਾਰ ਵਤ ਹੋਵੇ ਕਉ। ਕੂਟ ਨਾਮ ਐਰਨ ਦਾ, ਕੂਟ ਨਾਮ ਪਹਾੜ ਦਾ ਵੀ। ਇੱਥੇ ਕੂਟ ਵਤ ਐਰਨ ਹੀ ਲਾ ਲਓ, ਇੱਕੋ ਹੀ ਸ਼ਰਤ। ਐਰਨ ਵਤ ਕਹੀਏ ਵਾਂਗ, ਐਰਨ ਵਤ ਐਰਨ ਵਾਂਗ ਅਡੋਲ ਅਹਿਲ ਨਿਸ਼ਚਲ, ਤਾਂ ਹੀ ਉਸਨੂੰ ਕਹਿਣਾ ਕਰੀਏ। ਜੋ ਲੋਹਾਰ ਵਤ ਹੋਵੇ ਕੋਈ, ਜੇਕਰ ਲੋਹਾਰ ਵਤ ਕਹੀਏ ਵਰਗਾ ਕੋਈ ਹੋਵੇ। ਲੋਹਾਰ ਗਿਆ ਸ਼ਸਤਰਾਂ ਕੱਢਦਾ ਨਾ ਉਹਦੇ ਤੇ ਐਰਨ ਤੇ ਸ਼ਸਤਰ ਘੜੀ ਜਾਂਦਾ ਉਹ ਸ਼ਸਤਰਾਂ ਦੇ ਆਕਾਰ ਬਦਲੀ ਜਾਂਦਾ, ਪਰ ਐਰਨ ਨਿਰਵਿਕਾਰ ਰਹਿੰਦੀ, ਉਸੇ ਤਰ੍ਹਾਂ ਹਿੱਲ ਅਡੋਲ ਰਹਿੰਦੀ। ਜੇ ਕੋਈ ਹੁਣ ਸਾਰੇ ਬੰਦੇ ਬ੍ਰਹਮ ਹੈ, ਲੋਹਾਰ ਕੋਈ ਹੈ ਨਹੀਂ। ਜੇ ਲੋਹਾਰ ਵਰਗਾ ਕੋਈ ਹੋਵੇ, ਲੋਹਾਰ ਦੀ ਨਿਆਈ ਕੋਈ ਹੋਰ ਹੋਵੇ ਤਾਂ ਹੀ ਤਾਂ ਕਹੀ ਨਾ ਵੀ ਉਹ ਵੀ ਕੂਟ ਵਤ ਹੈ, ਉਹ ਅਡੋਲ ਆ, ਨਿਰਵਿਕਾਰ ਹਿੱਲ ਆ। ਜਦੋਂ ਲੋਹਾਰ ਹੀ ਕੋਈ ਨਹੀਂ ਹੈਗਾ, ਪਰਮਾਤਮਾ ਦੇ ਵਰਗਾ ਦੂਜਾ ਪਰਮਾਤਮਾ ਹੋਰ ਕੋਈ ਹੈ ਨਹੀਂ, ਇਸ ਕਰਕੇ ਕੂਟ ਵਤ ਗਾਣਾ ਵੀ ਨਹੀਂ ਬਣਦਾ। ਅਤਵੰਤ ਹੋਏ ਤਾਂ ਅਨੰਤ ਵਾਹਿ ਕਹੀਏ। ਜੇਕਰ ਕਿਤੇ ਕੋਈ ਅੰਤਵੰਤ ਪਾਠ ਹੈ ਇੱਥੇ। ਅੰਤਵੰਤ ਭਾਵ ਅੰਤ ਵਾਲਾ, ਵੀ ਜੇਕਰ ਕੋਈ ਅੰਤ ਵਾਲਾ ਹੋਵੇ ਤਾਂ ਅਨੰਤ, ਤਾਂ ਹੀ ਇਹਨੂੰ ਅੰਤ ਸੰਧੀਕਰਨ ਕਰਕੇ, ਤਾਂ ਹੀ ਇਹਨੂੰ ਅੰਤ ਤੋਂ ਰਹਿਤ ਵਾਲਾ ਉਸ ਵਾਹਿਗੁਰੂ ਉਸ ਬ੍ਰਹਮ ਪਰਮਾਤਮਾ ਨੂੰ ਕਹੀਏ ਕਹਿਣਾ ਕਰੀਏ। ਪਰਮਾਤਮਾ ਦਾ ਅੰਤ ਹੁੰਦਾ ਨਹੀਂ, ਪਰਮਾਤਮਾ ਤੋਂ ਵੱਖਰੀ ਕੋਈ ਵਸਤੂ ਨਹੀਂ, ਇਸ ਲਈ ਅਨੰਤ ਨੂੰ ਕਿਵੇਂ ਕਹਿਣਾ ਬਣਦਾ। ਇਹ ਅਸੰਗਤ ਆ, ਬਣਦਾ ਹੀ ਨਹੀਂ, ਅਸੰਭਵ ਆ। ਇਸ ਕਰਕੇ ਜੇ ਅੰਤ ਵਾਲਾ ਕੋਈ ਹੋਵੇ ਤਾਂ ਹੀ ਤੇ ਉਹਨੂੰ ਕਹਿਣਾ ਵੀ ਅਨੰਤ, ਵੀ ਉਹ ਜੀ ਅੰਤ, ਉਹ ਅਨੰਤ ਆ, ਉਹ ਅੰਤ ਵਾਲਾ। ਤੇ ਇਹ ਸਾਰਾ ਬ੍ਰਹਮੀ ਬ੍ਰਹਮ ਹੈ, ਬ੍ਰਹਮ ਦਾ ਅੰਤ ਹੁੰਦਾ ਨਹੀਂ, ਫਿਰ ਉਹਨੂੰ ਅੰਤ ਅਨੰਤ ਕਿਉਂ ਕਹਿਣਾ, ਬਣਦਾ ਹੀ ਨਹੀਂ। ਸਵੈੰ ਪ੍ਰਕਾਸ਼ ਕਹੋ ਜੋ ਦਿਖਾਈਆ ਔਰ ਹੋਏ ਕੋਈ। ਫਿਰ ਸਵੈੰ ਪ੍ਰਕਾਸ਼ ਭਾਵ ਸਵੈਂ ਕਹੀਏ ਆਪਣੇ ਆਪ ਤੋਂ ਪ੍ਰਕਾਸ਼, ਸੁਤੇ ਆਪਣੇ ਆਪ ਤੋਂ ਪ੍ਰਕਾਸ਼ ਰੂਪ, ਤਾਂ ਹੀ ਇਹਨੂੰ ਕਹੋ ਕਹੀਏ ਕਹਿਣਾ ਕਰੀਏ। ਜੋ ਦਿਖਾਈਆ, ਜੇਕਰ ਦੇਖਣ ਵਾਲਾ ਔਰ ਕਹੀਏ ਹੋਰ ਕੋਈ ਹੋਵੇ,
ਹਾਂਜੀ, ਉਹਨੂੰ ਫੇਰ ਹੀ ਕਹੇ ਨਾ ਵੀ ਦੂਜੇ ਨੇ ਵੇਖਿਆ ਵੀ ਉਹ ਸੋਤੇ ਸਿੱਧ ਪ੍ਰਕਾਸ਼ ਹੈ, ਤੇ ਉਹਨੂੰ ਤਾਂ ਦੇਖਿਆ ਕਿਸੇ ਨੇ। ਜੋ ਦੇਖਣ ਵਾਲਾ ਕੋਈ ਨਹੀਂ ਹੈਗਾ, ਉਹਨੂੰ ਸਵੈਮ ਪ੍ਰਕਾਸ਼ ਕਿਵੇਂ ਕਹੀ? ਹਾਂਜੀ, ਤੇ ਜਾਂ ਨੂੰ ਸਵੈਮ ਪ੍ਰਕਾਸ਼ ਤਾਂ ਹੀ ਕਹੀਏ ਨਾ ਜੇ ਕੋਈ ਦੂਜੇ ਤੋਂ ਪੈਦਾ ਹੋਣ ਵਾਲਾ ਕੋਈ ਹੋਵੇ, ਹੋਰ ਕੋਈ ਦੇਖਿਆ ਹੋਵੇ ਦੂਜੇ ਦਾ ਪੈਦਾ ਹੋਣ ਵਾਲਾ। ਜੇਕਰ ਹੋਰ ਕੋਈ ਦੇਖਣ ਵਾਲਾ ਬ੍ਰਹਮ ਤੋਂ ਵੱਖਰਾ ਤਾਂ ਕੋਈ ਨਹੀਂ ਨਾ ਹੈਗਾ। ਇਸ ਕਰਕੇ ਸਵੈਮ ਪ੍ਰਕਾਸ਼ ਨੂੰ ਕਹਿਣਾ ਨਹੀਂ ਬਣਦਾ। ਸੁਤੇ ਸਿੱਧ ਵੀ ਆਪਣੇ ਆਪ ਤੋਂ ਪ੍ਰਕਾਸ਼ ਹੈ। ਜੇ ਉਹਨੂੰ ਕਿਸੇ ਨੇ ਦੇਖਿਆ ਫਿਰ ਇਹ ਗੱਲ ਕਹੀਏ। ਤੇ ਸਵੈਮ ਪ੍ਰਕਾਸ਼ ਤੇ ਉਹਨੂੰ ਤਾਂ ਕਹੀਏ ਨਾ ਜੇ ਕੋਈ ਦੂਜੇ ਤੋਂ ਪੈਦਾ ਹੋਣ ਵਾਲਾ ਹੋਵੇ। ਹੁਣ ਬ੍ਰਹਮ ਤੇ ਦੂਜੇ ਤੋਂ ਪੈਦਾ ਨਹੀਂ ਹੁੰਦਾ, ਸਾਰਾ ਹੀ ਇਹ ਬ੍ਰਹਮ ਹੈ। ਏਕਮੇਵਾ ਅਦਵਿਤੀਯੰ ਬ੍ਰਹਮ, ਇਹ ਬਾਰ-ਬਾਰ ਸੂਤੀ ਲੱਗਦੀ ਉੱਤੇ ਲਾਈ, ਉਹਦਾ ਬਾਰ-ਬਾਰ ਕਥਨ ਆ ਇਹ ਗੱਲ ਨੂੰ ਸਿੱਧ ਕਰਨ ਵਾਸਤੇ ਵੀ ਸਾਰੇ ਬੰਨੇ ਬ੍ਰਹਮ ਹੀ ਬ੍ਰਹਮ ਹੈ। ਤੇ ਬ੍ਰਹਮ ਸੁਤੇ ਸਿੱਧ ਪ੍ਰਕਾਸ਼ ਹੈ, ਤੇ ਇਹ ਸਾਰਾ ਬ੍ਰਹਮੀ ਆ। ਜੇ ਕੋਈ ਹੁਣ ਦੂਜਾ ਹੋਵੇ, ਆਪਣੇ ਦੂਜਾ ਕੋਈ ਪੈਦਾ ਕਰਨ ਵਾਲਾ ਹੋਵੇ ਦੂਜੇ ਨੂੰ, ਵੀ ਉਹ ਵੀ ਆਖੇ ਉਹ ਤੋਂ ਪੈਦਾ ਹੋਇਆ, ਉਹ ਆਪਣੇ ਆਪ ਤੋਂ ਪ੍ਰਕਾਸ਼ ਆ। ਜੇ ਕਿਸੇ ਨੇ ਤਾਂ ਦੇਖਿਆ ਹੋਵੇ ਫੇਰ ਹੀ ਕਿਹਾ ਜਾਏ ਨਾ। ਅਸਲ ਵਿੱਚ ਇਹ ਦੇਖਣ ਵਾਲਾ ਨਾ ਕੋਈ ਹੈਗਾ, ਨਾ ਕੋਈ ਦੂਜਾ ਜਨਮ ਵਾਲਾ ਹੀ ਹੈਗਾ। ਫਿਰ ਉਹਨੂੰ ਜੇ ਕੋਈ ਦੂਜਾ ਦੇਖਣ ਵਾਲਾ ਜਾਂ ਦੂਜੇ ਤੋਂ ਪੈਦਾ ਹੋਣ ਵਾਲਾ ਹੋਵੇ ਤਾਂ ਸਵੈਮ ਪ੍ਰਕਾਸ਼ ਕਵਾਂਗੇ ਨਾ, ਤੇ ਇਹੋ ਜਿਹਾ ਤਾਂ ਕੁਝ ਹੈ ਨਹੀਂ। ਇਸ ਕਰਕੇ ਕਹਿਣਾ ਹੀ ਨਹੀਂ ਬਣਦਾ ਹੈ, ਸਵੈਮ ਪ੍ਰਕਾਸ਼ ਵੀ ਇਹਨੂੰ ਕਹਿਣਾ ਨਹੀਂ ਬਣਦਾ। ਬ੍ਰਹਮ ਤੋ ਕਹੋ ਜੋ ਜੀਵ ਈਸ਼ ਔਰ ਗਹੀਏ, ਫਿਰ ਬ੍ਰਹਮ ਵਿਆਪਕ ਤਉ ਤਦ ਨੂੰ ਕਹੋ ਕਿ ਇਹ ਕਹਿਣਾ ਕਰੀਏ। ਜੇਕਰ ਜੀਵ ਈਸ਼ ਔਰ ਹੋਰ ਕੋਈ ਆਪਾਂ ਗ੍ਰਹੀਏ ਕਹੀਏ, ਗ੍ਰਹਿਣ ਕਰੀਏ, ਪਕੜੀਏ ਤਾਂ। ਜੇ ਕੋਈ ਹੁਣ ਬ੍ਰਹਮ ਤੋਂ ਵੱਖਰੀ ਕੋਈ ਵਸਤੂ ਹੈ ਨਹੀਂ, ਤੇ ਬ੍ਰਹਮ ਦੇ ਬ੍ਰਹਮ ਹੀ ਆ, ਨਾ ਕੋਈ ਜੀਵ ਹੈਗਾ ਨਾ ਕੋਈ ਈਸ਼ ਹੈਗਾ। ਜੇ ਕੋਈ ਜੀਵ ਈਸ਼ ਹੋਵੇ ਤਾਂ ਹੀ ਇਹਨੂੰ ਕਹਿਣਾ ਬ੍ਰਹਮ ਹੈ, ਤਾਂ ਹੀ ਇਹਨੂੰ ਕਹੀ ਨਾ ਇਹ ਤਵੰਗਿਆ, ਇਹ ਤਾਤਿਆ, ਇਹ ਆਸਿਆ। ਜਦੋਂ ਹੈ ਹੀ ਸਾਰੇ ਬੰਨੇ ਬ੍ਰਹਮ ਆ, ਫਿਰ ਜੀਵ ਈਸ਼ ਤੇ ਕਹਿਣਾ ਨਹੀਂ ਬਣਦਾ। ਜਦੋਂ ਜੀਵ ਈਸ਼ ਹੀ ਨਹੀਂ ਹੈਗਾ ਤੇ ਫਿਰ ਉਹਨੂੰ ਬ੍ਰਹਮ ਵੀ ਕਿਉਂ ਕਹਿਣਾ? ਉਹਨੂੰ ਬ੍ਰਹਮ ਵੀ ਕਹਿਣਾ ਨਹੀਂ ਬਣਦਾ। ਮੁੱਖ ਦੀ ਗੱਲ ਨੂੰ ਬ੍ਰਹਮ ਵੀ ਕਹਿਣਾ ਨਹੀਂ ਬਣਦਾ ਜਦੋਂ ਜੀਵ ਈਸ਼ ਹੀ ਨਹੀਂ ਆਪਾਂ ਗਹੀਏ ਕਹੀਏ ਗ੍ਰਹਿਣ ਕਰਨ ਦੇ ਕਿਤੇ। ਇਹ ਤੇ ਇਸ ਤਰ੍ਹਾਂ ਦੀ ਚੀਜ਼ ਆ। ਵੇਖੋ ਪਿਛੇ ਵੀ ਆਪਾਂ ਪੜ੍ਹਿਆ ਹੀ ਆ ਹੁਣੇ ਵੀ ਬ੍ਰਹਮ ਤਾਂ ਨੂੰ ਕਹੀਏ ਜੇਕਰ ਜੀਵ ਈਸ਼ ਗ੍ਰਹਿਣ ਕਰੇ। ਆਪੋ ਵਿੱਚ ਹੀ ਇਹ ਜਿਹੜੇ ਸ਼ਬਦ ਹੁੰਦੇ ਆ ਨਾ, ਉਹ ਇੱਕ ਦੀ ਅਪੇਖਿਆ ਤੋਂ ਕਹੇ ਜਾਂਦੇ ਆ। ਇੱਕ ਦੀ ਅਪੇਖਿਆ ਕਰਕੇ ਦੂਜਾ ਸ਼ਬਦ ਹੁੰਦਾ ਕਿ ਜਿਸ ਤਰ੍ਹਾਂ ਹੁਣ ਦਿਨ ਆ, ਦਿਨ ਕਰਕੇ ਰਾਤ ਆ, ਰਾਤ ਕਰਕੇ ਦਿਨ ਹੈ। ਤੇ ਪ੍ਰਕਾਸ਼ ਰੂਪ ਜਿਹੜਾ ਸੂਰਜ ਹੈ ਉਹ ਦੋਨੋਂ ਹੀ ਨਹੀਂ ਹੈ। ਸੂਰਜ ਵਿੱਚ ਦੋਨੇ ਨਹੀਂ ਹੈਗੇ, ਨਾ ਸੂਰਜ ਵਿੱਚ ਦਿਨ ਆ ਤੇ ਨਾ ਰਾਤ ਆ। ਉਹ ਬ੍ਰਹਮ ਸਮਝ ਲਓ। ਇਸੇ ਤਰ੍ਹਾਂ ਹੀ ਜਿੱਥੇ ਦਿਨ ਆ ਉੱਥੇ ਰਾਤ ਵੀ। ਆਪਾਂ ਦਿਨ ਆਪਾਂ ਕਹਿੰਦੇ ਕਿਉਂ ਕਹਿੰਦੇ? ਕਿਉਂਕਿ ਵਿੱਚ ਰਾਤ ਹੈਗੀ। ਜੇ ਰਾਤ ਨਾ ਹੋਵੇ ਆਪਾਂ ਦਿਨ ਕਹਿਣਾ ਹੀ, ਕਿਉਂਕਿ ਦਿਨ ਹੀ ਦਿਨ ਰਹਿੰਦਾ। ਆਪਾਂ ਰਾਤ ਦੂਜਾ ਤਾਂ ਕੋਈ ਹੈ ਨਹੀਂ। ਜੇ ਇਹਦੇ ਲਈ ਰਾਤ ਹੀ ਰਹਿੰਦੀ ਹੋਵੇ ਫਿਰ ਤੇ ਦਿਨ ਨਹੀਂ ਸੀ ਹੋਣਾ, ਆਪਾਂ ਕਹਿਣਾ ਹੀ ਨਹੀਂ ਸੀ। ਕਿਉਂਕਿ ਰਾਤ ਕਰਕੇ ਹੀ ਦਿਨ ਆ, ਦਿਨ ਕਰਕੇ ਹੀ ਰਾਤ ਆ। ਇਹ ਇੱਕ ਦੂਜੇ ਦੀ ਅਪੇਖਿਆ ਵਿੱਚ ਆ, ਭਾਵ ਇੱਕ ਦੀ ਅਪੇਖਿਆ ਕਰਕੇ ਦੂਜੇ ਦਾ ਕਥਨ ਕੀਤਾ ਜਾਂਦਾ। ਪਰ ਇੱਥੇ ਸਾਰਿਆਂ ਦਾ ਨਿਖੇਧ ਹੀ ਆ, ਇੱਥੇ ਕੋਈ ਪੱਖ ਨਹੀਂ ਹੈ ਕਿ ਵੇਖੋ ਪਰਮੇਸ਼ਰ ਨੂੰ ਅਜਨਮਾ ਤਾਂ ਕਹੀਏ ਜੇ ਕੋਈ ਜਨਮ ਵਾਲਾ ਹੋਵੇ, ਅਕਿਰਿਆ ਉਹਨੂੰ ਤਾਂ ਕਹੀਏ ਜੇ ਕੋਈ ਕਰਤਾ ਹੋਵੇ, ਉਹਨੂੰ ਐਰਣਵਤ ਤਾਂ ਸਮਝੀਏ ਜੇ ਕੋਈ ਲਹਾਰ ਹੋਵੇ, ਅੰਤ ਵਾਲਾ ਨੂੰ ਤਾਂ ਕਹੀਏ, ਅੰਤ ਵਾਲਾ ਇਹ ਅਨੰਤ ਨੂੰ ਤਾਂ ਕਹੀਏ ਜੇ ਕੋਈ ਅੰਤ ਵਾਲਾ ਹੋਵੇ, ਸੁੱਤੇ ਸਿੱਧ ਪ੍ਰਕਾਸ਼ ਨੂੰ ਤਾਂ ਕਹੀਏ ਜੇ ਕੋਈ ਹੋਰ ਪ੍ਰਕਾਸ਼ ਵਾਲਾ ਹੋਵੇ। ਤਾਂ ਜੇ ਕੋਈ ਹੋਰ ਪ੍ਰਕਾਸ਼ ਵਾਲਾ ਹੋਵੇ ਜਾਂ ਕੋਈ ਪੈਦਾ ਹੋਣ ਵਾਲਾ ਹੋਵੇ ਤਾਂ ਕਈ ਵੀ ਉਹਦੇ ਪੈਦਾ ਹੋਣ ਵਾਲਾ ਦੇ ਸਵੈਮ ਪ੍ਰਕਾਸ਼ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਵਾ ਤੇ ਪਰਮੇਸ਼ਰ ਦੇ ਆਪਣੇ ਆਪ ਪ੍ਰਕਾਸ਼ ਹੈ, ਤਾਂ ਹੀ ਉਹਨੂੰ ਕਹਿਣਾ ਪੈਣੀ ਹੈ ਨਾ। ਤੇ ਬ੍ਰਹਮ ਉਹਨੂੰ ਤਾਂ ਹੀ ਕਹੀਏ ਨਾ ਜੇ ਕੋਈ ਜੀਵ ਈਸ਼ ਗ੍ਰਹਿਣ ਕਰੀਏ। ਸਾਰੇ ਬੰਦੇ ਬ੍ਰਹਮ ਹੈ, ਨਾ ਕੋਈ ਜੀਵ ਹੈ ਨਾ ਕੋਈ ਈਸ਼ ਹੈ, ਫਿਰ ਉਹਨੂੰ ਬ੍ਰਹਮ ਵੀ ਕਿਉਂ ਕਹਿਣਾ? ਇਸ ਕਰਕੇ ਆਂਦੇ ਵੀ ਇਹ ਤੇ ਸਿਧਾਂਤ ਇਹੋ ਜਿਹਾ ਵਾ, ਕਿਹੋ ਜਿਹਾ ਸਿਧਾਂਤ ਆ ਅੱਗੇ ਤੁਕ ਵਿੱਚ ਦੱਸ ਰਹੇ। ਗੂੰਗੋ ਗੁਰ ਖਾਏ ਤਾਂ ਕੋ ਸਵਾਦ ਨਾ ਬਖਾਨੋ ਜਾਏ,
ਇਹ ਤਾਂ ਇਸ ਪ੍ਰਕਾਰ ਦਾ ਸਿਧਾਂਤ ਆ। जिस प्रकार गूंगो कहिए गूंगा मनुख बेचारा गोर कहिए गुड़ आदक जां मिठा खाए तां को स्वाद ना बखानो जाए। जदों उस पासों स्वाद पुछया जाए भी किदां दा भी स्वाद तद तां को कहिए उस दे पासों गुड़ दा मिठे दा जिहड़ा स्वाद बखानो कथन नहीं कीता जाए कहिए जा सकदा। स्वाद ना बखानो जे स्वाद कहा नहीं जा सकता वो की कहूगा बेचारा। आप ही को पाए आप चुपचाप रही है। इसलिए जो अपने आप नूं ही पाए कहिए प्राप्त करके कमाई करके इसलिए अपने आप नूं पाए कहिए प्राप्त करके आप जिहड़ा ना चुपचाप रहिए कहिए रहना करी। क्योंकि ये तो कहण तो अकह है कहण वाली वस्तु नहीं। जे भगत मारे कहते कहो कबीर गूंगे गुड़ खाया पूछे ते क्या कहिए। गूंगे ने गुड़ खा लिया पूछिए भी गुड़ खादा दसो वो बेचारा की कहूगा। उन्हें की कहना कहने की तो गल ही कोई नहीं हैगी। उन्हें तो स्वाद दस ही नहीं सकता। ये ब्रह्म का स्वाद इहो जिहा भी जे वो अपना स्वरूप ओनू ब्रह्म आत्मा जिहड़ी अपना स्वरूप आ ये ब्रह्म रूप आ अगे आई जाना दोहरा। बस ਉਹਨੂੰ प्राप्त करके चुपचाप होए रहिए। की कहना वो ऐसा है अकेलिया है वो स्वयं प्रकाश है कूटवत बस चुपचाप ही हो रही है। तो गूंगे दी मिठाई है दोहरा ऐसो ब्रह्म स्वरूप है। हे सिख जिवें तुम दसिया ना ये यथार्थ वर्णन किया ते ऐसा ही ये ब्रह्म का स्वरूप है जिहड़ा तैनूं कथन किया। भाव नूं कुछ कहना नहीं बनता ताहे आत्मा जान ताहे कहिए उस ब्रह्म नूं ही तू अपना आत्मा कहिए आपा जान अपना आत्मा करके जान उस ब्रह्म नूं। ऐसा जिहड़ा ब्रह्म स्वरूप है ना जन्मा जिन्हों जिहदा कुछ नहीं कहना बनता उस ब्रह्म नूं तू अपना ऐसा ये नाम ब्रह्म जिहड़ा ये व्यापक करके पिया असल विच दा कोई नाम नहीं है। ਉਹਦਾ बस सत ही नाम है सत नाम तेरा परापुर बड़ा बस सच्चा ही कह दो यही नाम है उसका। ते उस ब्रह्म ऐसे ब्रह्म स्वरूप नूं तू अपना आत्मा जान। अब तेरे प्रारब्ध ना है ते अब कहिए हुण तेरे विच समझ ला कोई प्रारब्ध नहीं। प्रभाव तेरे आत्म स्वरूप विच ते इहो जिहा तेरा आत्म स्वरूप है उहदे च प्रारब्ध ही कोई नहीं। प्रारब्ध ते हुंदी आ शरीरां विच शरीर ही प्रारब्ध भोगते हैं फल भोगते किस्मत भोगते हैं। तेरे आत्मा में तो प्रारब्ध ही कोई नहीं। हुण तेनों ज्ञान करा दिता इहो जिहा आत्मा जान ला। हुण तेरे आत्मा विच कोई प्रारब्ध नहीं है। कछु लेह जिन मान इहो जी कुछ भी गल जिन कहिए मता कछु कहिए कुछ इहो जी कोई भी गल जिहड़ी ना जिन कहिए मता तू मान मन लैनी कर। मता कोई गल मन मेरे च प्रारब्ध है ते वो मेरा शरीर भोगण आया है इहो जी कोई गल नहीं है। तेरा ते आत्मा ऐसा है जिहड़ा प्रारब्धां तो ही परे है। तेरे विच कोई प्रारब्ध नहीं है। मता कोई इहो जिहा मन लेना कर मेरे च प्रारब्ध है ਉਹਦਾ फल मैं पा रहा हाँ। ये शरीर की क्रिया है तेरी कोई क्रिया नहीं है। ते वो अगे दासी रहे की कह रहे आ भी वेख तेरे च कोई प्रारब्ध नहीं है। तो इदा ही हाँ जिस तरह भी किसी सुपना आउंदा भी बड़ा खलारा पा के बैठा होए जो जागदा और जिन्ने सुपने के पदार्थ आ जिन्ने वो इकट्ठ किए होंदे राज भाग समगरियां सब झूठियां लगदियां। इस तरह तेरे आत्म स्वरूप प्रारब्ध नहीं शरीर की प्रारब्ध आ। तो तू अपने आत्मा विच ना जान ये तो तेनों समझ ला भी अजे ज्ञान नहीं होया। ज्ञान अवस्था में तू जागृत अवस्था में नहीं होया ज्ञान करके जागया नहीं जिस करके ये तेनों सुपना ही आ रहा। हाँ जी ये जिहड़ा संसार है ना ये प्रारब्ध ही है। एक संसार सुपना आ ते जिन्ना कुछ भी वेख रहे हैं इधर उधर विचर रहे हैं कर रहे हैं ये समझ लो जड़ा सुपना ही आ रहा। जो ज्ञान हो जाऊगा ये सुपना निवृत्त हो जाऊगा। सब पदार्थ झूठे लगन लग पैणगे।
ਇਹੋ ਜਿਹੇ ਕਬੀਰ ਤੇ ਇੱਕ ਉਚਾਰ ਰਹੇ ਅੱਗੇ, ਕਬੀਤ ਸੋਵਤ ਮੈਂ ਜੈਸੇ ਦੇਹ ਧਾਰ ਕੇ ਮਨੋਰਥ ਕੀ। ਇਹ ਤਾਂ ਇਸ ਪ੍ਰਕਾਰ ਤੂੰ ਜਾਣਨਾ ਕਰ, ਜਿੰਨਾ ਚਿਰ ਆਤਮ ਸਰੂਪ ਦਾ ਗਿਆਨ ਨਹੀਂ ਹੁੰਦਾ, ਆਤਮ ਗਿਆਨ ਨਹੀਂ ਹੁੰਦਾ, ਇਸ ਤਰ੍ਹਾਂ ਜਾਣ ਲੈਣਾ ਕਰ, ਜੈਸੇ ਜਿਸ ਪ੍ਰਕਾਰ ਕੋਈ ਮਨੁੱਖ ਸੋਵਤ ਕਹੀਏ ਸੋਤਿਆਂ ਹੋਇਆਂ, ਸੁੱਤੇ ਹੋਏ ਨੂੰ ਸੁਪਨਾ ਆ ਰਿਹਾ ਤੇ ਉਹ ਸੁਪਨੇ ਦੇ ਮੈਂ ਕਹੀਏ ਵਿੱਚ ਤੇ ਦੇਹ ਧਾਰ ਕੇ ਮਨੋਰਥ ਕੀ। ਸੁਪਨੇ ਵਿੱਚ ਜਿਹੜੀ ਮਨੋਰਥ ਹੈ ਨਾ ਫੁਰਨਿਆਂ ਦੀ, ਤੇ ਫੁਰਨੇ ਕਦੀ ਕੁਝ ਬਣ ਜਾਣਾ, ਕਦੀ ਕੁਝ ਬਣ ਜਾਣਾ, ਫੁਰਨਿਆਂ ਦੀ ਜਿਹੜੀ ਦੇਹ ਧਾਰ ਕੇ, ਦੇਹੀ ਸਰੀਰ ਧਾਰਨ ਕਰਕੇ ਹੈ ਪੂਤ ਭਇਓ ਕਾਹੂ ਕੇ ਖਿਲਾਇਓ ਤੇ ਹਵਾਰੇ ਤੇ ਪੂਤ ਭਇਓ ਪੁੱਤਰ ਪੈਦਾ ਹੋਇਆ, ਕਾਹੂ ਕੇ ਕਹੀਏ ਕਿਸੇ ਦੇ ਘਰ, ਕਿਸੇ ਦੇ ਘਰ ਪੁੱਤਰ ਪੈਦਾ ਹੋਇਆ, ਖਿਲਾਇਓ ਤੇ ਹਵਾਰੇ ਤੇ ਇਹ ਕਹੀਏ ਤਿਸ ਨੂੰ ਬਾਰੇ ਕਹੀਏ ਬਾਲਕ ਅਵਸਥਾ ਵਿੱਚ ਬੜਾ ਖਿਲਾਇਓ ਕੇ ਖਿਡਾਉਣਾ ਕੀਤਾ। ਸੁੱਤਿਆਂ ਹੋਇਆਂ ਜਿਸ ਤਰ੍ਹਾਂ ਦੇਹ ਧਾਰ ਕੇ ਫੁਰਨਿਆਂ ਦੀ ਨਾ, ਇਹ ਜਿਹੜੀ ਸੁਪਨ ਅਵਸਥਾ ਨਾ ਇਹ ਫੁਰਨਿਆਂ ਦੀ ਦੇਹੀ ਆ। ਪਾਸ ਸੌਦਿਆਂ ਆ ਸੁਪਨਿਆਂ ਫੁਰਨਿਆਂ ਦੀ, ਬੜੇ ਫੁਰਨੇ ਫੁਰਦੇ ਨਾ ਸੁਪਨੇ ਵਿੱਚ, ਕਈ ਤਰ੍ਹਾਂ ਦੇ ਖਿਆਲ ਆਉਂਦੇ, ਉਹ ਫੁਰਨਿਆਂ ਦੀ ਦੇਹ ਧਾਰ ਕੇ ਤੇ ਕੀ ਹੋਇਆ, ਇਹ ਪੁੱਤਰ ਪੈਦਾ ਹੋਇਆ ਕਿਸੇ ਦੇ ਘਰ, ਤੇ ਉਹਨੂੰ ਬਾਰੇ ਕਹੀਏ ਬਾਲਕ, ਬਾਰ ਕਹੀਏ ਬਾਲਕ ਅਵਸਥਾ ਵਿੱਚ ਬੜਾ ਖਿਡਾਇਆ ਖਿਡੋਇਆ। ਸਿਸਤਾ ਨਿਵਾਰ ਪੁੰਨ ਪਠ ਹੈ ਭੇਦ ਚਾਰ। ਫਿਰ ਸਿਸਤਾ ਬਚਪਨ ਦੀ ਜਿਹੜੀ ਸਿਸਤਾ ਨਾਮ ਬਚਪਨ, ਸਿਸ ਨਾਮ ਬੱਚੇ ਦਾ ਹੁੰਦਾ, ਬੱਚਿਆਂ ਦੀ ਜਿਹੜੀ ਉਮਰ ਨਿਵਾਰ ਕੇ ਭਾਵ ਦੂਰ ਕਰਕੇ ਪੁੰਨ ਕਹੀਏ ਪੁਨਾ, ਫਿਰ ਪਠੇ ਭੇਦ ਚਾਰੋ, ਫਿਰ ਬ੍ਰਹਮਚਾਰੀ ਬਣ ਕੇ ਨਾ ਇੰਦਰੀਆਂ ਨੂੰ ਵਸ ਵਿੱਚ ਕਰਕੇ 8 ਪ੍ਰਕਾਰ ਦੇ ਕਾਮ ਤੋਂ ਦੂਰ ਹੋ ਕੇ ਤੇ 4 ਵੇਦਾਂ ਨੂੰ ਪਠੇ ਕਹੀਏ ਪੜ੍ਹਨਾ ਕੀਤਾ। ਇਹ ਸਾਰਾ ਸੁਪਨੇ ਵਿੱਚ। ਵਿਆਹ ਕੁਟੰਬ ਸੰਭਾਰੋ ਕਾਕਾ ਬਾਬਾ ਬੰਦ ਸਾਰੇ ਤੇ, ਫਿਰ ਵਿਆਹ ਹੋ ਗਿਆ ਸੁਪਨੇ ਵਿੱਚ ਜੀ, ਸੁਪਨਿਆਂ ਦੀ ਦੇਹ ਜੂ, ਹਾਂਜੀ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਬੱਚੇ ਪੈਦਾ ਹੋਏ, ਕੁਟੰਬ ਸੰਭਾਰੋ, ਕੁਟੰਬ ਪਰਿਵਾਰ ਨੂੰ ਸੰਭਾਲੋ ਗਈ, ਸੰਭਾਲਣ ਲੱਗ ਪਿਆ। ਕਾਕਾ ਕਿਸੇ ਦਾ ਉਹ ਕਾਕਾ ਚਾਚਾ ਬਣ ਗਿਆ, ਕਿਸੇ ਦਾ ਉਹ ਬਾਬਾ ਭਾਵ ਦਾਦਾ ਬਣ ਗਿਆ, ਹੈ ਬਜ਼ੁਰਗ ਬਣ ਗਿਆ। ਬੰਦ ਸਾਰੇ ਤੇ ਇੰਜ ਬਹੁਤ ਸਾਰੇ ਨਾ ਬੰਦ ਕਹੀਏ ਸੰਬੰਧੀ ਆਦਿਕ ਬਣ ਗਏ, ਬੰਦ ਸਾਰੇ ਤੇ ਇਸ ਤਰ੍ਹਾਂ ਬਹੁਤ ਸਾਰੇ ਦੇ ਬੰਦ ਰਿਸ਼ਤੇਦਾਰ ਬਣ ਗਏ ਸੁਪਨੇ ਵਿੱਚ ਹੀ। ਕਹਿ ਸੁਖਦੇਵ ਪੂਤ ਨਾਤੀ ਉਪਜਾਏ। ਕਵੀ ਸੁਖਦੇਵ ਨਿਰਮਲੇ ਮਹਾਂਪੁਰਸ਼ ਕਹੇ ਕਥਨ ਕਰਦੇ ਆ ਕਿ ਫਿਰ ਪੁੱਤਰ ਨਾਤੀ ਕਹੀਏ ਪੋਤਰੇ ਪੋਤਰੀਆਂ ਆਦਿਕ ਉਪਜਾਏ ਕਹੀਏ ਪੈਦਾ ਕਰ ਲਏ ਸੁਪਨੇ ਵਿੱਚ ਹੀ। ਬੜਾ ਖਲਾਰਾ ਪਾ ਲਿਆ। ਭਾਂਤ ਭਾਂਦਨ ਖਿਲਾਏ ਪਾਪ ਪੁੰਨ ਕਰ ਪਾਰੇ ਤੇ, ਭਾਂਤ ਭਾਂਦਨ ਤਰ੍ਹਾਂ ਤਰ੍ਹਾਂ ਦੇ ਲਾਡਾਂ ਨਾਲ ਖਿਲਾਏ ਖਿਡਾਉਣੇ ਕੀਤੇ ਪੁੱਤ ਪੋਤਰੀਆਂ, ਤੇ ਪਾਪ ਦੇ ਕਰਮ ਕਰਕੇ ਪੁੰਨ ਦੇ ਕਰਮ ਕਰ ਕਰਕੇ ਪਾਰੇ ਤੇ ਇਹ ਕਹੀਏ ਉਹ ਪਾਰੇ ਕਹੀਏ ਪਾਲਣਾ ਕੀਤੇ। ਜਾਗਤ ਹੀ ਜੈਸੇ ਸਭ ਸੁਪਨੇ ਕੇ ਝੂਠੇ ਲਾਗੇ। ਇੰਨਾ ਕੁਝ ਕੀਤਾ, ਕੀ ਹੋਇਆ? ਸੋ ਜਾਗਤ ਹੀ ਜੈਸੇ ਕਹੀਏ ਜਿਸ ਪ੍ਰਕਾਰ ਉਹ ਜਾਗ ਗਿਆ ਮਨੁੱਖ, ਜਿਹੜਾ ਸੁਪਨਾ ਵੇਖਣ ਦਾ ਇੰਨਾ ਖਿਲਾਰਿਆ ਸੀ। ਜਾਗਤ ਹੀ ਜਾਗਦਿਆਂ ਸਾਰ ਹੀ ਜਿਸ ਪ੍ਰਕਾਰ ਉਹ ਸਭ ਸੁਪਨੇ, ਉਹ ਜਿਹੜਾ ਸੁਪਨੇ ਵਿੱਚ ਇੰਨੇ ਪਦਾਰਥ, ਧੀਆਂ ਪੁੱਤ ਸੰਬੰਧੀ, ਤੇ ਕਿਧਰੇ ਵਿਆਹ, ਕਿਧਰੇ ਪੁੱਤ ਪੋਤਰੇ, ਕਿਤੇ ਰਿਸ਼ਤੇਦਾਰੀਆਂ ਬਣੀਆਂ ਸੀ ਨਾ, ਤੇ ਉਹ ਸੁਪਨੇ ਵਿੱਚ ਹੀ ਸੀ ਸਭ ਸੁਪਨੇ ਦੇ ਪਦਾਰਥ, ਧੀਆਂ ਪੁੱਤਰ ਜਦੋਂ ਜਾਗਿਆ ਜਾਗਦਿਆਂ ਸਾਰ ਹੀ ਝੂਠੇ ਲੱਗਣ ਲੱਗ ਪਏ, ਜਾਂ ਵੀ ਝੂਠੇ ਲਾਗੇ। ਜਿਸ ਤਰ੍ਹਾਂ ਜਾਗਦੇ ਇਹ ਸਾਰੇ ਧੀਆਂ ਪੁੱਤਰ ਪਦਾਰਥ ਸੁਪਨੇ ਦੇ ਝੂਠੇ ਲੱਗਦੇ ਆ ਨਾ। ਜਗਤ ਕੋ ਤੈਸੇ ਜਾਨੋ ਆਤਮਾ ਵਿਚਾਰੇ ਦੇ। ਇਹ ਮਾਨੋ ਅਗਿਆਨ ਦੀ ਨੀਂਦ ਜੀਵ ਸੁੱਤਾ ਹੈ। ਹਾਂਜੀ, ਅਗਿਆਨ ਦੀ ਨੀਂਦ 'ਚ ਸੁੱਤਾ ਵਾ। ਸੰਸਾਰ ਰੂਪੀ ਜਗਤ ਰੂਪੀ ਜਗ ਰਚਨਾ ਸਭ ਝੂਠ ਹੈ। ਸੁਪਨੇ ਜਿਉ ਸੰਸਾਰ, ਇਹ ਸੁਪਨੇ ਰੂਪੀ ਸੰਸਾਰ ਦੇ ਵਿੱਚ
ਅਗਿਆਨ ਦੀ ਨੀਂਦ 'ਚ ਸੁੱਤਾ ਬੰਦਾ, ਜਿਸ ਕਰਕੇ ਵੇਖੋ ਆਹੀਂ ਕਿੰਨਾ ਕੁਝ ਕਰਦੇ ਆ, ਪੜ੍ਹਾਈਆਂ ਲਿਖਾਈਆਂ ਵਿਆਹ ਆਦਿਕ, ਇਹ ਅਗਿਆਨ ਦੀ ਨੀਂਦ ਆ। ਇਹ ਨਹੀਂ ਪਤਾ ਇੱਥੋਂ ਚਲੇ ਜਾਣਾ, ਮੇਰਾ ਆਪਾ ਸਰੂਪ ਕੀ ਆ। ਉਹਦੇ ਪੜ੍ਹਾਈ ਕੋਈ ਨਹੀਂ ਕਰਦਾ, ਉਹਦੇ 'ਤੇ ਕੋਈ ਰਿਸ਼ਤੇਦਾਰੀ ਕੋਈ ਨਹੀਂ, ਉਹਦੇ 'ਤੇ ਰਿਸ਼ਤਾ ਹੀ ਕਿਸੇ ਨਾਲ ਨਹੀਂ ਹੈਗਾ, ਉਹਦੇ ਅਸੰਗ ਆ ਅਤੇ ਕਿੰਨਾ ਖਲਾਰਾ ਖਿਲਾਰ ਲੈਂਦੇ। ਜਗਤ ਕੋ ਤੈਸੀ, ਸੰਸਾਰ ਨੂੰ ਵੀ ਇਸੇ ਤਰ੍ਹਾਂ ਹੀ ਝੂਠਾ ਸੁਪਨੇ ਵਾਂਗ, ਸੁਪਨੇ ਜਿਉ ਸੰਸਾਰ ਗੁਰੂ ਮਹਾਰਾਜ ਭਜਨ ਕਰਦੇ। ਇਹ ਜਗਤ ਕੀ ਆ? ਸੁਪਨਾ। ਜਗਤ ਕੀ ਆ? ਝੂਠਾ। ਸੁਪਨਾ ਰੂਪੀ ਝੂਠ ਰੂਪੀ ਜਿਹੜਾ ਜਗਤ ਆ, ਤੇ ਇਸ ਨੂੰ ਤੈਸੇ ਕਹੀਏ ਤਿਸੀ ਪ੍ਰਕਾਰ ਹੀ ਜਾਣੋ ਕਹੀਏ ਜਾਣਨਾ ਕਰੋ ਆਤਮਾ ਵਿਚਾਰੇ ਤੇ। ਆਤਮਾ ਦੀ ਜਦੋਂ ਵਿਚਾਰ ਆ ਜਾਂਦੀ ਹੈ, ਜਦੋਂ ਆਪਣੇ ਸਰੂਪ ਦੀ ਵਿਚਾਰ ਹੋ ਜਾਂਦੀ ਨਾ, ਮੇਰਾ ਆਪਾ ਜਦੋਂ ਗਿਆਨ ਹੋ ਜਾਂਦਾ, ਗਿਆਨ ਕਰਕੇ ਗਿਆਨ ਦੀ ਅਵਸਥਾ ਵਿੱਚ ਜਾਗ ਜਾਂਦਾ, ਆਤਮ ਸਰੂਪ ਦੀ ਵਿਚਾਰ ਕਰ ਲੈਂਦਾ, ਆਪਣੇ ਆਤਮਾ ਨੂੰ ਜਾਣ ਲੈਂਦਾ। ਮੇਰਾ ਆਤਮਾ ਦੇ ਅਸੰਗ ਹੈ ਇੱਧਰੋਂ ਸਾਰੀ ਰਿਸ਼ਤੇਦਾਰੀਆਂ ਤੋਂ, ਅਤੇ ਉਦੋਂ ਆਤਮਾ ਦੀ ਵਿਚਾਰ ਕਰਕੇ ਸੰਸਾਰ ਨੂੰ ਝੂਠਾ ਜਾਣਨ ਲੱਗ ਪੈਂਦਾ ਹੈ। ਜਿਵੇਂ ਸੌਖਾ ਜਿਹਾ ਸਮਝ ਲਓ, ਸੁੱਤੇ ਆਪਾਂ, ਸੁਪਨੇ ਵਿੱਚ ਬੜਾ ਕੁਝ ਰਚ ਲਿਆ, ਜਾਗਦਿਆਂ ਕੀ ਆ? ਸੁਪਨਾ ਜਾਗਦਿਆਂ ਸਾਰੇ ਸੁਪਨੇ ਵਿੱਚ ਜੋ ਕੁਝ ਕੀਤਾ ਉਹਦਾ ਖਤਮ ਹੋ ਜਾਂਦਾ। ਇਸੇ ਤਰ੍ਹਾਂ ਅਸੀਂ ਇਹ ਸੰਸਾਰ ਰੂਪੀ ਕੀ ਸੁਪਨਾ, ਅਗਿਆਨ ਰੂਪੀ ਨੀਂਦ ਆ। ਅਗਿਆਨ ਦੀ ਨੀਂਦ ਸੁੱਤੇ ਹੋਏ ਆ, ਜਿਸ ਕਰਕੇ ਜਗ ਰਚਨ ਨੂੰ ਸੱਚ ਮੰਨਿਆ ਹੋਇਆ। ਜਿਵੇਂ ਸੁਪਨੇ ਵਿੱਚ ਬੰਦਾ ਬੜਾ ਰਾਜਾ ਬਣ ਕੇ ਖੁਸ਼ ਹੁੰਦਾ, ਕੰਗਾਲ ਬਣ ਕੇ ਦੁਖੀ ਹੁੰਦਾ, ਜਦੋਂ ਜਾਗਦਾ ਨਾ ਤੇ ਰੋਣਾ ਨਾ ਤੇ ਖੁਸ਼ੀ ਹੈ, ਜਿਹੋ ਜਿਹਾ ਹੈਗਾ ਉਹੋ ਜਿਹਾ ਹੀ। ਇਸੇ ਤਰ੍ਹਾਂ ਸਾਡਾ ਆਤਮਾ ਸਰੂਪ ਤੇ ਜੈਸਾ ਸਰੂਪ ਵੈਸਾ ਹੀ ਹੈ, ਉਹਦੇ ਅਸੰਗ ਹੀ ਆ। ਉਹ ਫਿਰ ਗਿਆਨ ਦੀ ਨੀਂਦ ਵਿੱਚ ਜਾਗਦੇ ਹਾਂ, ਅਗਿਆਨ ਦੀ ਨੀਂਦ ਉੱਡ ਜਾਂਦੀ ਆ, ਅਤੇ ਭਰਮ ਰੂਪੀ ਅਤੇ ਸੁਪਨੇ ਰੂਪੀ ਸੰਸਾਰ, ਝੂਠਾ ਸੰਸਾਰ ਨਾਸ ਹੋ ਜਾਂਦਾ। ਸੰਸਾਰ ਨਾਸ ਹੋਣੇ 'ਤੇ ਪਦਾਰਥਾਂ ਦਾ ਮੋਹ ਛੁੱਟ ਜਾਂਦਾ, ਅਤੇ ਆਤਮਾ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਆਪਣੇ ਗਿਆਨ ਨਾਲ ਹੀ ਆਤਮ ਸਰੂਪ ਦੀ ਵਿਚਾਰ ਹੋਣੀ ਨਾ, ਆਪਣੇ ਆਪੇ ਨੂੰ ਜਾਣ ਲਈਦਾ ਹੈ। ਸੋ ਇਸ ਪ੍ਰਕਾਰ ਜਿਹੜਾ ਹੈ ਵਿਸ਼ਾ ਚੱਲ ਰਿਹਾ ਹੈ, ਅੱਗੇ ਆਪਾਂ ਫੇਰ ਕਰਾਂਗੇ ਵਿਚਾਰ। ਹੁਣ ਸਮਾਂ ਕਾਫੀ ਹੋ ਗਿਆ, ਬਾਕੀ ਰਹਿੰਦੀ ਵਿਚਾਰ ਆਪਾਂ ਕੱਲ੍ਹ ਕਰਾਂਗੇ। ਇੰਨਾ ਹੀ ਸਮਝ ਲਓ ਵੀ ਸੰਸਾਰ ਨੂੰ ਤਾਂ ਇਸੇ ਤਰ੍ਹਾਂ ਜਾਣ ਲਓ, ਸੁਪਨੇ ਦੀ ਨਿਆਈ ਜਾਣ ਲਓ, ਝੂਠੇ ਪਦਾਰਥ ਆ। ਜਦੋਂ ਆਤਮਾ ਦੀ ਵਿਚਾਰ ਹੋ ਜਾਏਗੀ ਤੇ ਅੰਤਰ ਕੀ ਦੁਬਿਧਾ ਅੰਤਰ ਹੀ ਮਰੈ, ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਹੀ ਮਰੈ। ਅੰਦਰ ਹੀ ਦੁਬਿਧਾ ਮਰ ਜੂਗੀ, ਸੰਸਾਰ ਦਾ ਨਾਸ ਹੋ ਜਾਊਗਾ। ਸਤਿਗੁਰੂ ਜੀ ਦੇ ਬਚਨ ਜਿਹੜੇ ਅਟਲ ਆ ਕਿ ਸੁਪਨੇ ਜੋ ਸੰਸਾਰ ਜਗ ਰਚਨਾ ਸਭ ਝੂਠ ਹੈ, ਇੱਥੋਂ ਹੀ ਜਗ ਰਚਨਾ ਸਭ ਝੂਠ ਹੈ। ਇਹਦੀ ਵਿਚਾਰ ਕਰ ਲਓ ਤੁਸੀਂ ਵੀ ਇਹ ਜਿਹੜਾ ਸੰਸਾਰ ਆ ਇਹ ਤੇ ਜਗ ਰਚਨਾ ਝੂਠੀ ਆ, ਜਾਣ ਲਿਓ ਰੇ ਮੀਤ। ਹਾਂਜੀ, ਇਹਦਾ ਫਿਰ ਜਦੋਂ ਸਾਨੂੰ ਗਿਆਨ ਹੋ ਜਾਊਗਾ, ਕਹਿ ਨਾਨਕ ਥਿਰ ਨਾ ਰਹਿ ਜੋ ਬਾਲੂ ਕੀ ਭੀਤ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ ਕਹੋ, ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਵੀ ਇਹਦੇ ਸੁਪਨੇ ਦੀ ਨਾਈ ਸੰਸਾਰ ਆ, ਤੇ ਰਚਨਾ ਹੈ ਝੂਠ ਜਗਤ ਦੀ। ਜਗਤ ਨੂੰ ਤੁਸੀਂ ਸੁਪਨੇ ਦੀ ਨਾਈ ਝੂਠਾ ਜਾਣ ਲਓ, ਤੇ ਜਿਹੜਾ ਹੈ ਜਗਤ ਨੂੰ ਸੁਪਨਾ ਵੀ ਜਾਣ ਲਓ ਤੇ ਝੂਠਾ ਵੀ ਜਾਣ ਲਓ, ਪਰ ਸੁਪਨੇ ਦੀ ਨਹੀਂ ਝੂਠਾ ਹੀ ਜਾਣ ਲਓ। ਜਦੋਂ ਜਗਤ ਝੂਠਾ, ਇਹਦੇ ਵਿੱਚ ਜਿੰਨੇ ਪਦਾਰਥ ਆ, ਧੀਆਂ ਪੁੱਤਰ ਆਦਿਕ ਸਭ ਝੂਠੇ ਹੀ ਆ। ਅਤੇ ਆਤਮਾ ਵਿਚਾਰਦੇ, ਕਿਉਂਕਿ ਆਤਮਾ ਦਾ ਵੇਖੋ ਕੋਈ ਰਿਸ਼ਤਾ ਨਹੀਂ, ਇਹ ਸਰੀਰ ਦਾ ਸੰਬੰਧ ਆ। ਸਰੀਰ ਜਦੋਂ ਕਿਸੇ ਘਰ ਪੈਦਾ ਹੋ ਜਾਂਦਾ, ਉਹੀ ਮਾਮਾ ਚਾਚਾ ਰਿਸ਼ਤੇਦਾਰ ਕਈ ਕੁਝ ਬਣ ਜਾਂਦਾ। ਇੱਕੋ ਸਰੀਰ ਕਿੰਨਿਆਂ ਦੀ ਰਿਸ਼ਤੇਦਾਰੀ ਗੰਢ ਲੈਂਦਾ, ਪਰ ਆਤਮਾ ਦੀ ਤਾਂ ਕੋਈ ਵਿਚਾਰ ਨਹੀਂ ਨਾ। ਇਹ ਸਰੀਰ ਨਾਲ ਹੀ ਰਿਸ਼ਤੇ ਆ, ਸਰੀਰ ਨਾਸ ਹੋ ਜਾਂਦਾ ਅਤੇ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ। ਆਤਮਾ ਤਾਂ ਨਹੀਂ ਮਰਦੀ, ਉਹ ਆਤਮਾ ਅਸੰਗ ਰਹਿੰਦੀ। ਆਤਮਾ ਦੀ ਵਿਚਾਰ ਕਰਕੇ ਸੰਸਾਰ ਨੂੰ ਇਸੇ ਤਰ੍ਹਾਂ ਝੂਠਾ ਹੀ ਅਤੇ ਸੁਪਨੇ ਦੀ ਨਿਆਈ ਜਾਣ ਲੈਣਾ ਕਰੋ, ਅਤੇ ਜਾਣ ਲਈਦਾ ਹੈ ਸਿੱਖ। ਅੱਗੇ ਹੋਰ ਪ੍ਰਮਾਣ ਦੇਣਗੇ। ਹੁਣ ਆਪਾਂ ਇੱਥੇ ਸਮਾਪਤੀ ਕਰੀਏ ਜੀ। ਜਾਗਤ ਹੀ ਜੈਸੀ ਸਭ ਸੁਪਨੇ ਕਿ ਝੂਠੇ ਲਾਗੇ, ਜਗਤ ਕੋ ਤੈਸੀ ਜਾਨੁ ਆਤਮਾ ਵਿਚਾਰੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।